103 ਜ਼ਬੂਰ ਦੇ ਨਾਲ ਜ਼ਬੂਰ 103 ਦੇ ਨਾਲ ਅਸੀਂ ਪਿਛਲੀ ਵਾਰੀ ਖਤਮ ਕੀਤਾ ਸੀ ਔਰ ਇਸ ਵਾਰੀ ਅਸੀਂ ਸਾਮ 103 ਦੇ ਨਾਲ ਸ਼ੁਰੂ ਕਰਾਂਗੇ। जिस मिल जाए। हाँ जी, मैं पढ़ देनी 5 मिनट। परमेश्वर दा प्यार। हे मेरे मन प्रभु नूं धन कै, हे मेरे पूर्ण व्यक्तित्व उसदे पवित्र नां नूं धन कै। हे मेरे मन प्रभु नूं धन कै, तू उसदी किसे भलाई नूं ना भुल। ओ मेरे सब पापां नूं माफ करदा ते मेरे सब रोगां नूं चंगिया करदा है। ओ मेरी जान नूं मौत तों बचाउंदा ते मैनूं अपने प्यार ते दया दी दात दिंदा है। ओ बुढ़ापे तक मेरे जीवन नूं चंगिया चीज़ां नाल तृप्त करदा ਤਾਂ ਜੋ ਮੇਰੀ ਜਵਾਨੀ ਉਕਾਬ ਦੇ ਵਾਂਗ ਨਵਾਂਪਨ ਪ੍ਰਾਪਤ ਕਰੇ। ਪ੍ਰਭੂ ਦੱਬਿਆਂ ਲੋਕਾਂ ਨੂੰ ਮੁਕਤ ਕਰਦਾ ਅਤੇ ਉਹ ਉਹਨਾਂ ਦੇ ਪੱਖ ਵਿੱਚ ਫੈਸਲਾ ਦਿੰਦਾ ਹੈ। ਉਸਨੇ ਆਪਣੇ ਰਾਹ ਮੂਸਾ ਤੇ ਪ੍ਰਗਟ ਕੀਤੇ ਅਤੇ ਆਪਣੇ ਅਦਭੁਤ ਕੰਮ ਇਜ਼ਰਾਈਲ ਦੀ ਸੰਤਾਨ ਨੂੰ ਦਿਖਾਏ। ਪ੍ਰਭੂ ਦਿਆਲੂ ਅਤੇ ਕਿਰਪਾਲੂ ਹੈ, ਇਹ ਗੁੱਸਾ ਕਰਨ ਵਿੱਚ ਮੱਠਾ ਤੇ ਕਿਰਪਾ ਨਾਲ ਭਰਪੂਰ ਹੈ। ਉਹ ਹਮੇਸ਼ਾ ਝਿੜਕਦਾ ਨਹੀਂ, ਨਾ ਹੀ ਉਹ ਹਮੇਸ਼ਾ ਗੁੱਸੇ ਰਹਿੰਦਾ ਹੈ। ਉਹ ਸਾਡੇ ਕੀਤੇ ਅਨੁਸਾਰ ਸਾਡੇ ਨਾਲ ਵਰਤਦਾ, ਨਾ ਸਾਡੇ ਅਪਰਾਧਾਂ ਅਨੁਸਾਰ ਸਾਨੂੰ ਬਦਲਾ ਦਿੰਦਾ ਹੈ। ਧਰਤੀ ਤੋਂ ਆਕਾਸ਼ ਜਿੰਨਾ ਉੱਚਾ ਹੈ, ਉਨੀ ਉੱਚੀ ਤੇ ਵੱਡੀ ਉਸਦੀ ਦਇਆ ਉਸਦੇ ਡਰਨ ਵਾਲਿਆਂ ਤੇ ਹੈ। ਜਿੰਨਾ ਪੂਰਬ ਤੋਂ ਪੱਛਮ ਦੂਰ ਹੈ, ਓਨੇ ਹੀ ਦੂਰ ਉਸਨੇ ਸਾਡੇ ਪਾਪ ਕਰ ਦਿੱਤੇ ਹਨ। ਜਿਸ ਤਰ੍ਹਾਂ ਪਿਤਾ ਆਪਣੀ ਸੰਤਾਨ ਤੇ ਤਰਸ ਖਾਂਦਾ ਹੈ, ਉਸੇ ਤਰ੍ਹਾਂ ਪ੍ਰਭੂ ਵੀ ਆਪਣੇ ਡਰਨ ਵਾਲਿਆਂ ਤੇ ਤਰਸ ਖਾਂਦਾ ਹੈ। ਉਹ ਜਾਣਦਾ ਹੈ ਕਿ ਅਸੀਂ ਕਿਸ ਚੀਜ਼ ਤੋਂ ਬਣੇ ਹਾਂ, ਉਸਨੂੰ ਯਾਦ ਹੈ ਕਿ ਅਸੀਂ ਕੇਵਲ ਮਿੱਟੀ ਹਾਂ। ਮਨੁੱਖ ਦਾ ਜੀਵਨ ਤਾਂ ਘਾਹ ਦੀ ਤਰ੍ਹਾਂ ਹੈ, ਉਹ ਜੰਗਲੀ ਫੁੱਲਾਂ ਦੀ ਤਰ੍ਹਾਂ ਵੱਧਦਾ ਫੁੱਲਦਾ ਹੈ, ਜਿਸ ਦੇ ਉੱਤੋਂ ਹਵਾ ਚੱਲਦੀ ਹੈ ਤੇ ਉਹ ਉੱਡ ਜਾਂਦਾ ਹੈ। ਤਦ ਇਸ ਬਾਰੇ ਕੋਈ ਜਾਣਦਾ ਨਹੀਂ ਕਿ ਕਿੱਥੇ ਗਿਆ। ਪ੍ਰਭੂ ਦੀ ਦਇਆ ਉਸਦੇ ਡਰਨ ਵਾਲਿਆਂ ਤੇ ਆਦਿ ਕਾਲ ਤੋਂ ਹੈ। ਉਸਦੀ ਭਲਾਈ ਹਰ ਪੀੜ੍ਹੀ ਦੇ ਲੋਕਾਂ ਤੇ ਹੈ, ਜੋ ਉਸਦੇ ਨੇਮ ਤੇ ਸੱਚੇ ਮਨ ਨਾਲ ਚੱਲਦੇ ਹਨ ਅਤੇ ਉਸਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਪ੍ਰਭੂ ਨੇ ਆਪਣਾ ਸਿੰਘਾਸਣ ਸਵਰਗ ਵਿੱਚ ਲਾਇਆ ਹੈ। ਹੇ ਸਵਰਗਦੂਤੋ, ਪ੍ਰਭੂ ਨੂੰ ਧੰਨ ਕਹੋ, ਤੁਸੀਂ ਜੋ ਸ਼ਕਤੀਸ਼ਾਲੀ ਹੋ ਅਤੇ ਉਸਦੇ ਬਚਨਾਂ ਨੂੰ ਪੂਰਾ ਕਰਦੇ ਹੋ, ਜੋ ਉਸਦੀ ਆਵਾਜ਼ ਨੂੰ ਸੁਣ ਕੇ ਉਸ ਅਨੁਸਾਰ ਚੱਲਦੇ ਹੋ। ਹੇ ਸਭ ਸਨਾਮੋ, ਪ੍ਰਭੂ ਨੂੰ ਧੰਨ ਕਹੋ, ਤੁਸੀਂ ਜੋ ਉਸਦੇ ਸੇਵਾਦਾਰ ਹੋ ਤੇ ਉਸਦੀ ਇੱਛਾ ਅਨੁਸਾਰ ਸਭ ਕੁਝ ਕਰਦੇ ਹੋ। ਹੇ ਉਸਦੀ ਸਭ ਰਚਨਾ, ਪ੍ਰਭੂ ਨੂੰ ਧੰਨ ਕਹੋ, ਉਹ ਹਰ ਥਾਂ ਰਾਜ ਕਰਦਾ ਹੈ। ਹੇ ਮੇਰੇ ਮਨ, ਪ੍ਰਭੂ ਨੂੰ ਧੰਨ ਕਹਿ। ਆਮੀਨ। ਜਿਸ ਤਰੀਕੇ ਦੇ ਨਾਲ ਉਸਨੇ ਜਿਸ ਲੈ ਦੇ ਵਿੱਚ ਭਜਨ ਨੂੰ ਸ਼ੁਰੂ ਕੀਤਾ ਸੀ, ਉਸ ਤੋਂ ਉਲਟੀ ਲੈ ਦੇ ਨਾਲ ਉਸਨੂੰ ਉਸਨੇ ਖਤਮ ਕੀਤਾ। ਜਿਸ ਲਈ ਉਸਨੇ ਸ਼ੁਰੂ ਕੀਤਾ ਸੀ ਤਾਂ ਉਸਨੇ ਆਪਣੇ ਮਨ ਤੋਂ ਸ਼ੁਰੂ ਕੀਤਾ ਸੀ। ਇਹ ਮੇਰੇ ਮਨ, ਪ੍ਰਭੂ ਨੂੰ ਧੰਨ ਕਹਿ। ਔਰ ਫਿਰ ਉਹ ਕਹਿ ਰਿਹਾ, ਹੇ ਮੇਰੇ ਪੂਰਨ ਵਿਅਕਤੀਤਵ। ਸੰਪੂਰਨਤਾ ਜਿਹੜੀ ਹੈ ਉਹ ਇਨਸਾਨ ਦਾ ਸਰੀਰ, ਇਸ ਦੀ ਆਤਮਾ और इसके मन दे नाल, ठीक। और हे मेरे शरीर, मेरे मन और मेरी आत्मा प्रभु नूं धन कह, उसदे पवित्र नां नूं धन कह और उसदी किसे भलाई नूं ना भुल। उसदी किसे भलाई नूं ना भुल। जिस लिए ਅਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਪਏ ਹਾਂ ਤੇ ਸਾਨੂੰ ਇਹ ਚੀਜ਼ ਦੇਖਣੀ ਪੈਣੀ ਆ ਕਿ ਦਾਊਦ ਕਿਹੜੇ ਸਮੇਂ ਦੇ ਵਿੱਚ, ਕਿਸ ਸਮੇਂ ਦੇ ਵਿੱਚ ਉਹ ਇਹ ਉਸਦਾ ਜ਼ਬੂਰ ਆ, ਇਹ ਉਹ ਲਿਖਦਾ ਪਿਆ ਜਾਂ ਪ੍ਰਭੂ ਦੇ ਅੱਗੇ ਇਹ ਭਜਨ ਕਿਸ ਸਮੇਂ ਦੇ ਵਿੱਚ ਗਾ ਰਿਹਾ। ਇਸ ਵੇਲੇ ਦਾਊਦ ਕੋਲ ਕੋਈ ਵੀ ਐਸਾ ਹੱਕ ਨਹੀਂ ਕਿ ਉਹ ਪ੍ਰਭੂ ਨੂੰ ਕਹਿ ਸਕੇ ਕਿ ਮੈਂ ਇੱਥੇ ਮੇਰਾ ਹੱਕ ਬਣਦਾ ਹੈ। ਇਸ ਵੇਲੇ ਉਹ ਟੋਟਲੀ ਲੂਜ਼ਿੰਗ ਐਂਡ ਦੇ ਉੱਤੇ ਬੈਠਾ ਹੈ। ਉਸਨੇ ਬਹੁਤ ਭਾਰਾ ਗੁਨਾਹ ਕੀਤਾ। ਉਸਨੇ ਪ੍ਰਭੂ ਦੇ ਖਿਲਾਫ ਗੁਨਾਹ ਕੀਤਾ, ਉਸਨੇ ਆਪਣੇ ਭਰਾ ਦੇ ਖਿਲਾਫ ਗੁਨਾਹ ਕੀਤਾ, ਉਸਨੇ ਆਪਣੇ ਮਿੱਤਰ ਦੀ ਬੱਖੀ ਦੇ ਵਿੱਚ ਛੁਰਾ ਘੁੰਮਿਆ। ਉਹਦੇ ਹੱਥ ਤੇ ਲਹੂ ਸਿਰਫ ਇੱਕ ਇਨਸਾਨ ਦਾ ਨਹੀਂ, ਉਸਦੇ ਹੱਥ ਦੇ ਉੱਤੇ ਲਹੂ ਬਹੁਤ ਲੋਕਾਂ ਦਾ, ਇਸ ਵੇਲੇ ਬਹੁਤ ਲੋਕਾਂ ਦਾ। ਔਰ ਜਿਸ ਲਈ ਅਸੀਂ
ਉਸਨੂੰ ਇਸ ਜ਼ਬੂਰ ਦੇ ਵਿੱਚ ਦੇਖਦੇ ਪਏ ਹਾਂ, ਅਸੀਂ ਇਹ ਦੇਖਦੇ ਪਏ ਹਾਂ ਕਿ ਪ੍ਰਭੂ ਨੇ ਮੁੜ ਕੇ ਆਪਣੀ ਤਰਸ ਦੀ ਨਜ਼ਰ ਉਹਦੇ ਉੱਤੇ ਕੀਤੀ। ਸੋ ਇਸ ਲਈ ਉਹ ਸੰਪੂਰਨ ਤੌਰ ਤੇ ਪ੍ਰਭੂ ਦਾ ਸ਼ੁਕਰਗੁਜ਼ਾਰ ਆ। ਔਰ ਉਹ ਸ਼ੁਕਰਗੁਜ਼ਾਰੀ ਕਿਹੜੀ ਚੀਜ਼ ਦੀ ਲਈ ਕਰਦਾ ਪਿਆ? ਦੇਖੋ, ਉਹ ਮੇਰੀ ਜਾਨ ਨੂੰ, ਤੀਸਰੀ ਆਇਤ, ਉਹ ਮੇਰੇ ਸਭ ਪਾਪਾਂ ਨੂੰ ਮਾਫ ਕਰਦਾ ਤੇ ਮੇਰੇ ਸਭ ਰੋਗਾਂ ਨੂੰ ਚੰਗਿਆ ਕਰਦਾ ਹੈ। ਉਹ ਮੇਰੀ ਜਾਨ ਨੂੰ ਮੌਤ ਤੋਂ ਬਚਾਉਂਦਾ ਅਤੇ ਮੈਨੂੰ ਆਪਣੇ ਪਿਆਰ ਅਤੇ ਦਇਆ ਦੀ ਦਾਤ ਦਿੰਦਾ। ਯਾਨੀ ਕਿ ਇਹ ਜਿਹੜੀਆਂ ਚੀਜ਼ਾਂ, ਜਿਹੜੀ ਦਾਤ ਆ, ਉਸ ਦੇ ਉੱਤੇ ਹੱਕ ਨਹੀਂ ਹੁੰਦਾ ਕਿਸੇ ਦਾ, ਉਹ ਦੇਣ ਵਾਲੇ ਦੀ ਮਰਜ਼ੀ ਹੁੰਦੀ ਹੈ। ਪਰ ਪ੍ਰਭੂ ਜਿਹੜਾ, ਉਹ ਇੰਨੀ ਉਹ ਕਿਰਪਾ ਦੇ ਨਾਲ ਇੰਨਾ ਭਰਿਆ ਪਿਆ ਔਰ ਆਪਣੀ ਦਇਆ ਦੇ ਨਾਲ ਉਹ ਇੰਨਾ ਭਰਿਆ ਪਿਆ ਔਰ ਪਿਆਰ ਦੇ ਨਾਲ ਇੰਨਾ ਭਰਿਆ ਪਿਆ ਕਿ ਉਹੀ ਇਹ ਦਾਤਾਂ ਦੇ ਸਕਦਾ। ਮਾਫੀ ਦੀ ਦਾਤ ਉਸ ਨੂੰ ਮਿਲੀ, ਪ੍ਰਭੂ ਦੇ ਪਿਆਰ ਦੀ ਦਾਤ ਉਸ ਨੂੰ ਦੁਆਰਾ ਮਿਲੀ ਹੈ, ਪ੍ਰਭੂ ਦੀ ਹਜ਼ੂਰੀ ਦੀ ਦਾਤ ਉਸ ਨੂੰ ਦੁਆਰਾ ਮਿਲੀ। ਅੱਗੇ ਅਸੀਂ ਦੇਖਦੇ ਹਾਂ, ਬੁਢਾਪੇ ਤੱਕ ਮੇਰੇ ਜੀਵਨ ਨੂੰ ਚੰਗੀਆਂ ਚੀਜ਼ਾਂ ਦੇ ਨਾਲ ਤ੍ਰਿਪਤ ਕਰਦਾ ਹੈ ਤਾਂ ਜੋ ਮੇਰੀ ਜਵਾਨੀ ਉਕਾਬ ਦੇ ਵਾਂਗ ਨਵਾਂਪਨ ਪ੍ਰਾਪਤ ਕਰੇ। ਪ੍ਰਭੂ ਦੱਬਿਆਂ ਲੋਕਾਂ ਨੂੰ ਮੁਕਤ ਕਰਦਾ ਅਤੇ ਉਹਨਾਂ ਦੇ ਪੱਖ ਦੇ ਵਿੱਚ ਫੈਸਲਾ ਦਿੰਦਾ ਹੈ। ਹੁਣ ਉਸ ਨੇ ਇਹ ਸਾਰੀਆਂ ਚੀਜ਼ਾਂ ਜੋੜੀਆਂ ਇਤਿਹਾਸ ਦੇ ਵਿੱਚ ਜਾ ਕੇ ਕਿ ਪ੍ਰਭੂ ਨੇ ਮੇਰੇ ਨਾਲ ਇਹ ਕਿਉਂ ਕੀਤਾ, ਕਿਉਂਕਿ ਪ੍ਰਭੂ ਹੈ ਹੀ ਇਹ। ਸੋ ਹੁਣ ਅੱਗੇ ਦੇਖੋ, ਕਹਿੰਦਾ ਉਸਨੇ ਆਪਣੇ ਰਾਹ ਮੂਸਾ ਤੇ ਪ੍ਰਗਟ ਕੀਤੇ, ਆਪਣੇ ਅਦਭੁਤ ਕੰਮ ਇਜ਼ਰਾਈਲ ਦੀ ਸੰਤਾਨ ਨੂੰ ਦਿਖਾਏ। ਪ੍ਰਭੂ ਦਿਆਲੂ ਅਤੇ ਕਿਰਪਾਲੂ ਹੈ, ਗੁੱਸਾ ਕਰਨ ਵਿੱਚ ਮੱਠਾ ਹੈ ਤੇ ਕਿਰਪਾ ਦੇ ਨਾਲ ਭਰਪੂਰ ਹੈ। ਔਰ ਇਹ ਜਿਹੜਾ ਹਿੱਸਾ ਆ, ਇਹ ਮੇਨ ਹਿੱਸਾ ਆ। ਔਰ ਇੱਥੇ ਸਾਨੂੰ ਪਤਾ ਲੱਗਦਾ ਕਿ ਦਾਊਦ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਕਿਉਂ ਗਿਆ। ਦਾਊਦ ਨੇ ਨਥਾਨ ਨੂੰ ਸਮਝਾਉਣਾ ਕਿਉਂ ਨਹੀਂ ਚਾਹਿਆ? ਦਾਊਦ ਨੇ ਨਥਾਨ ਨੂੰ ਕਿਉਂ ਨਹੀਂ ਕਿਹਾ ਕਿ ਤੂੰ ਏਦਾਂ ਕਰ, ਮੇਰੇ ਨਾਲ ਬਾਹਰ ਜਾ ਕੇ ਬਲੀ ਦੇ ਦੇ, ਕਿਉਂਕਿ ਮੇਰੀ ਇੱਜ਼ਤ ਦਾ ਸਵਾਲ ਹੈ, ਮੇਰੇ ਲੋਕ ਕੀ ਕਹਿਣਗੇ। ਉਹਨੂੰ ਲੋਕਾਂ ਦਾ ਕੋਈ ਡਰ ਨਹੀਂ, ਲੋਕਾਂ ਦਾ ਕੋਈ ਡਰ ਨਹੀਂ। ਸਾਮ 51 ਦੇ ਵਿੱਚ ਅਸੀਂ ਦੇਖਿਆ, ਉਹ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਗਿਆ, ਜਾ ਕੇ ਉਹ ਰੋਇਆ ਉਹਦੀ ਹਜ਼ੂਰੀ ਦੇ ਵਿੱਚ। ਪ੍ਰਭੂ ਨੇ ਕਿਹਾ ਠੀਕ ਆ, ਇਸ ਦਾ ਜਿਹੜਾ ਗੁਨਾਹ ਆ ਉਹ ਮੈਂ ਬਖਸ਼ ਦਿੱਤਾ। 32 ਜ਼ਬੂਰ ਦੇ ਵਿੱਚ ਅਸੀਂ ਦੇਖਿਆ, ਧੰਨ ਜਿਸ ਤੇ ਗੁਨਾਹ ਬਖਸ਼ੇ ਗਏ। ਔਰ ਪ੍ਰਭੂ ਦੀ ਆਵਾਜ਼ ਉਸ ਨੂੰ ਵਾਪਸ ਆਈ ਕਿ ਤੁਸੀਂ ਘੋੜੇ ਔਰ ਖੱਚਰ ਦੀ ਤਰ੍ਹਾਂ ਨਾ ਬਣੋ, ਜਿਹੜੇ ਲਗਾਮ ਦੇ ਨਾਲ ਸੂਤ ਰਹਿੰਦੇ, ਪਰ ਤੂੰ ਉਸ ਰਸਤੇ ਤੇ ਚੱਲ ਜਿਹੜਾ ਤੈਨੂੰ ਮੈਂ ਦਿਖਾਵਾਂਗਾ। ਉਸਦਾ ਬੇਟਾ ਹੋਇਆ, ਉਹ ਮਰਨ ਵਾਲਾ ਸੀਗਾ। 6ਵੇਂ ਜ਼ਬੂਰ ਦੇ ਵਿੱਚ ਅਸੀਂ ਜਾ ਕੇ ਦੇਖਿਆ, ਪ੍ਰਭੂ ਦੇ ਅੱਗੇ ਰੋਇਆ, ਲੇਕਿਨ ਉਹ ਬੇਟਾ ਮਰ ਗਿਆ। ਪ੍ਰਭੂ ਨੇ ਉਸਨੂੰ ਫਿਰ ਬਰਕਤ ਦਿੱਤੀ ਔਰ ਹੁਣ ਉਹਦੇ ਘਰ ਸੈਮਸਨ ਹੋਇਆ, ਸੋਲੋਮਨ ਹੋਇਆ। ਸੁਲੇਮਾਨ ਜਿਸ ਲਈ ਪੈਦਾ ਹੋਇਆ ਤਾਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਉਸਨੇ ਇਹ ਜ਼ਬੂਰ ਦੇ ਨਾਲ ਸ਼ੁਕਰਗੁਜ਼ਾਰੀ ਕੀਤੀ। ਪਰ ਉਹ ਇੱਕ ਚੀਜ਼ ਨਹੀਂ ਭੁੱਲਿਆ, ਉਹ ਹੈ ਸਾਡੇ ਪ੍ਰਭੂ ਦੀ ਨੇਚਰ। ਪ੍ਰਭੂ ਕੌਣ? ਸੋ ਉਸ ਦੇ ਲਈ ਅਸੀਂ ਜਾਵਾਂਗੇ 34ਵੇਂ ਭਾਵ ਦੇ ਵਿੱਚ ਜਾਵਾਂਗੇ।
ਔਰ 34ਵੇਂ ਭਾਵ ਦੇ ਵਿੱਚ ਔਰ 33ਵੇਂ ਭਾਵ ਦੇ ਵਿੱਚ ਜੋ ਹੋ ਕੇ ਹਟਿਆ, 32ਵੇਂ 33ਵੇਂ ਭਾਵ 'ਚ ਜੋ ਹੋ ਕੇ ਹਟਿਆ, ਉਹ ਅਸੀਂ ਇੱਥੇ ਜਾਣਦੇ ਹਾਂ ਕਿ ਉਹਨਾਂ ਨੇ ਸੋਨੇ ਦਾ ਬੱਚਾ ਬਣਾਇਆ ਔਰ ਸੋਨੇ ਦਾ ਬੱਚਾ ਬਣਾ ਕੇ ਤਾਂ ਉਸਦੀ ਉਹਨਾਂ ਨੇ ਪੂਜਾ ਕੀਤੀ, ਉਸਦੇ ਆਲੇ ਦੁਆਲੇ ਨੱਚੇ, ਰੰਗ ਰਲੀਆਂ ਮਨਾਈਆਂ, ਸਭ ਕੁਛ ਜੋ ਭੱਦੇ ਕੰਮ ਉੱਥੇ ਦੇ ਇਜਿਪਟ ਦੇ ਲੋਕ ਆਪਣੇ ਦੇਵਤਿਆਂ ਦੇ ਸਾਹਮਣੇ ਕਰਦੇ ਹੁੰਦੇ ਸੀ, ਉਹ ਸਾਰਾ ਕੁਛ ਕੀਤਾ। ਔਰ ਮੰਨਾ ਜਿਹੜਾ ਉਹ ਪ੍ਰਭੂ ਦਾ ਦਿੱਤਾ ਖਾ ਰਹੇ, ਪਾਣੀ ਉਹਦਾ ਦਿੱਤਾ ਪੀ ਰਹੇ ਆ, ਔਰ ਪੂਜਾ ਬੱਚੇ ਦੀ ਕਰਦੇ। ਔਰ ਪ੍ਰਭੂ ਦੀ ਹਜ਼ੂਰੀ ਹਾਲੇ ਵੀ ਅੱਗ ਦੇ ਖੰਭੇ ਦੇ ਵਾਂਗ ਉਹਨਾਂ ਦੇ ਨਾਲ ਰਹਿੰਦੀ ਆ, ਤੇ ਪ੍ਰਭੂ ਦੀ ਛਾਂ ਸਵੇਰ ਨੂੰ ਬੱਦਲ ਦੇ ਨਾਲ ਤੌਰ ਤੇ ਉਹਨਾਂ ਦੇ ਨਾਲ ਰਹਿੰਦੀ। ਲੇਕਿਨ ਉਹ ਇਹ ਕੰਮ ਕਰਦੇ ਪਏ। ਪਰ ਜਿਸ ਵੇਲੇ ਮੂਸਾ ਥੱਲੇ ਆਇਆ ਤੇ ਮੂਸਾ ਨੇ ਉਹਨਾਂ ਨੂੰ ਦੇਖਿਆ ਤੇ ਮੂਸਾ ਨੇ ਉਹਨਾਂ ਨੂੰ ਇਹ ਸਜ਼ਾ ਦਿੱਤੀ ਕਿ ਉਸਨੇ ਪ੍ਰਭੂ ਦਾ ਜਿਹੜਾ ਨੇਮ ਸੀਗਾ ਉਹ ਦੋਨੋਂ ਫੱਟੀਆਂ ਤੋੜ ਦਿੱਤੀਆਂ, ਔਰ ਜਿਸਲੇ ਉਹ ਫੱਟੀਆਂ ਉਸਨੇ ਤੋੜ ਦਿੱਤੀਆਂ, ਨੇਮ ਟੁੱਟ ਗਿਆ। ਪੁਰਾਣੇ ਨੇਮ ਦੇ ਵਿੱਚ ਜਿਹੜੇ ਮੰਨ ਲਓ ਕਿ ਇੱਕ ਰਾਜਾ ਦੂਸਰੇ ਕਿਸੇ ਕਾਮੇ ਦੇ ਨਾਲ ਜਾਂ ਕਿਸੇ ਦੂਸਰੇ ਰਾਜੇ ਦੇ ਨਾਲ ਐਦ ਕਰਦਾ ਸੀ ਤਾਂ ਉਹ ਕਲੇ ਦੇ ਉੱਤੇ ਲਿਖੀਆਂ ਜਾਂਦੀਆਂ ਸੀ। ਜਿਹੜਾ ਘੜੇ ਨੂੰ ਮਿੱਟੀ ਲਾਈ ਜਾਂਦੀ ਹੈ ਨਾ, ਉਹ ਮਿੱਟੀ ਦੇ ਉੱਤੇ ਉਸਨੂੰ ਲਿਖਿਆ ਜਾਂਦਾ ਸੀ, ਫਿਰ ਉਸਨੂੰ ਪਕਾ ਲਿਆ ਜਾਂਦਾ ਸੀ। ਸੋ ਉਹ ਠੀਕਰੀ ਇੱਕ ਉਹਦੇ ਕੋਲ ਹੁੰਦੀ ਸੀ, ਇੱਕ ਉਹਦੇ ਕੋਲ ਹੁੰਦੀ ਸੀ, ਔਰ ਉਹਦੇ ਤੇ ਬਲੀ ਦਾ ਖੂਨ ਲਾ ਕੇ ਉਹ ਕਹਿੰਦੇ ਸੀ ਕਿ ਜੇ ਤੂੰ ਤੋੜੇ ਤੇ ਤੇਰਾ ਇਹ ਹਾਲ ਹੋਵੇ, ਤੇ ਉਹ ਕਹਿੰਦਾ ਸੀ ਜੇ ਤੂੰ ਤੋੜੇ ਤਾਂ ਤੇਰਾ ਇਹ ਹਾਲ ਹੋਵੇ। ਔਰ ਜਿਸ ਵੇਲੇ ਉਹ ਨੇਮ ਪੂਰਾ ਹੋ ਜਾਂਦਾ ਸੀ, ਕੰਮ ਜੋ ਵੀ ਉਹਨਾਂ ਦਾ ਚੱਲ ਰਿਹਾ ਹੁੰਦਾ ਸੀ ਪੂਰਾ ਹੋ ਜਾਂਦਾ ਸੀ, ਤਾਂ ਫਿਰ ਉਹ ਕਹਿੰਦੇ ਸੀ ਕਿ ਅੱਜ ਇਹ ਨੇਮ ਟੁੱਟਾ ਕਿਉਂਕਿ ਇਹ ਪੂਰਾ ਹੋ ਚੁੱਕਾ, ਤੇ ਉਹ ਦੋਨੇ ਜਾਣੇ ਉਹ ਫੱਟੀਆਂ ਥੱਲੇ ਸੁੱਟ ਕੇ ਭੰਨ ਦਿੰਦੇ ਸੀ। ਮੂਸਾ ਨੂੰ ਇਸ ਚੀਜ਼ ਦਾ ਪਤਾ ਸੀ। ਮੂਸਾ ਜਿਸਲੇ ਥੱਲੇ ਉਤਰ ਕੇ ਆਇਆ ਤੇ ਉਸਨੇ ਲੋਕਾਂ ਨੂੰ ਇਹ ਕਰਦੇ ਦੇਖਿਆ, ਤੇ ਉਸਨੇ ਕਿਹਾ ਕਿ ਤੁਸੀਂ ਇਹ ਲੋਕ ਪ੍ਰਭੂ ਦੇ ਯੋਗ ਹੀ ਨਹੀਂ, ਔਰ ਉਸਨੇ ਉਹ ਦੋਨੋਂ ਫਟੀਆਂ ਤੋੜ ਦਿੱਤੀਆਂ। ਔਰ ਫਿਰ ਅਸੀਂ ਦੇਖਦੇ ਹਾਂ ਕਿ ਪ੍ਰਭੂ ਨੇ ਮੂਸਾ ਨੂੰ ਫਿਰ ਬੁਲਾਇਆ। ਉਸਨੇ ਕਿਹਾ ਕਿ ਮੈਂ ਤੇਰੇ ਤੇ ਦਇਆ ਕਰਨ ਜਾ ਰਹੀ ਹਾਂ। ਸੋ ਆਓ ਅਸੀਂ ਇਸ ਨੂੰ 32ਵਾਂ ਭਾਵ ਅਸੀਂ 12 ਆਇਤ ਤੋਂ ਲੈ ਕੇ ਕੋਈ ਜਾਣਾ ਉਸ ਦੀ 25 ਆਇਤ ਤੱਕ ਪੜ੍ਹੇ, ਉਹਦੇ ਨਾਲ ਇਹ ਸਾਰੀਆਂ ਚੀਜ਼ਾਂ ਜੁੜ ਜਾਣਗੀਆਂ। ਜਿਸ ਨੂੰ ਸੈਕੰਡ ਸੈਮਨ ਫਸਟ ਨਹੀਂ ਜੀ ਨਹੀਂ, ਕੂਚ ਦਾ 33ਵਾਂ ਭਾਵ ਉਸ ਦੀ 12 ਆਇਤ ਤੋਂ ਲੈ ਕੇ ਉਸ ਦੀ ਚੈਪਟਰ ਦੇ ਐਂਡ 25 ਆਇਤ ਤੱਕ ਪਹਿਲਾਂ ਦੇਖਾਂਗੇ। ਮਾਸਟਰ ਜੀ ਚੈਪਟਰ 33 12 ਤੋਂ 25 ਤੇ। ਹਾਂਜੀ ਓਕੇ, ਇਹ ਪੰਨਾ ਹੈਗਾ 128 ਮੋਹਰਲੇ ਪਾਸੇ। ਪ੍ਰਭੂ ਦੀ ਆਪਣੇ ਲੋਕਾਂ ਸੰਗ ਰਹਿਣ ਦੀ ਪ੍ਰਤਿਗਿਆ। ਮੂਸਾ ਨੇ ਪ੍ਰਭੂ ਨੂੰ ਕਿਹਾ, ਤੂੰ ਮੈਨੂੰ ਇਹਨਾਂ ਦੀ ਅਗਵਾਈ ਦੇ ਲਈ ਚੁਣਿਆ ਹੈ ਅਤੇ ਕਿਹਾ ਹੈ ਕਿ ਮੈਂ ਇਹਨਾਂ ਨੂੰ ਉੱਥੇ ਲੈ ਜਾਵਾਂ, ਪਰ ਤੂੰ ਮੈਨੂੰ ਇਹ ਨਹੀਂ ਦੱਸਿਆ ਕਿ ਤੂੰ ਮੇਰੇ ਨਾਲ ਕਿਸ ਕਿਸ ਨੂੰ ਘੱਲੇਗਾ। ਤੂੰ ਮੈਨੂੰ ਕਿਹਾ, ਮੈਂ ਤੈਨੂੰ ਚੰਗੀ ਤਰ੍ਹਾਂ ਨਾਲ ਜਾਣਦਾ ਹਾਂ ਅਤੇ ਮੇਰੀ ਕਿਰਪਾ ਦ੍ਰਿਸ਼ਟੀ ਤੇਰੇ ਤੇ ਹੈ। ਜੇਕਰ ਇਹ ਸੱਚ ਹੈ ਤਾਂ ਤੂੰ ਮੇਰੇ ਤੇ ਆਪਣੀ ਯੋਜਨਾ ਨੂੰ ਪ੍ਰਗਟ ਕਰਕੇ ਮੈਂ ਤੈਨੂੰ ਜਾਣ ਕੇ ਤੇਰੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਾਂ। ਤੂੰ ਇਹ ਵੀ ਜਾਣਦਾ ਹੈ ਕਿ ਇਹ ਲੋਕ ਤੇਰੇ ਆਪਣੇ ਹਨ। ਪ੍ਰਭੂ ਨੇ ਮੂਸਾ ਨੂੰ ਕਿਹਾ, ਮੈਂ ਤੇਰੇ ਸੰਗ ਜਾਵਾਂਗਾ ਅਤੇ ਤੈਨੂੰ ਜੇਤੂ ਕਰਾਂਗਾ। ਮੂਸਾ ਨੇ ਅੱਗੇ ਕਿਹਾ, ਜੇਕਰ ਤੂੰ ਸਾਡੇ ਨਾਲ ਸੰਗ ਅਗਾਂਹ ਨਹੀਂ ਜਾਵੇਂਗਾ ਤਾਂ ਸਾਨੂੰ ਇਸ ਥਾਂ ਤੋਂ ਅੱਗੇ ਨਾ ਲੈ ਜਾ। ਤੇਰਾ ਸਾਡਾ ਸੰਗ ਜਾਣਾ ਹੀ ਇਸ ਗੱਲ ਦਾ ਸਬੂਤ ਹੋਵੇਗਾ ਕਿ ਤੇਰੀ ਸਾਡੇ ਤੇ ਕਿਰਪਾ ਦ੍ਰਿਸ਼ਟੀ ਹੈ। ਇਸੇ ਤੋਂ ਤੇਰੇ ਲੋਕੀ ਦੂਜੇ ਲੋਕਾਂ ਤੋਂ ਇਸ ਧਰਤੀ ਤੇ ਵੱਖ ਜਾਣੇ ਜਾਣਗੇ। ਪ੍ਰਭੂ ਨੇ ਮੂਸਾ ਨੂੰ ਕਿਹਾ, ਮੈਂ ਠੀਕ ਤੇਰੇ ਕਹੇ ਅਨੁਸਾਰ ਕਰਾਂਗਾ, ਕਿਉਂਕਿ ਮੈਂ ਤੈਨੂੰ ਜਾਣਦਾ ਹਾਂ ਅਤੇ ਤੇਰੇ ਤੇ ਮੇਰੀ ਕਿਰਪਾ ਦ੍ਰਿਸ਼ਟੀ ਵੀ ਹੈ। ਮੂਸਾ ਨੇ ਪ੍ਰਭੂ ਨੂੰ ਕਿਹਾ, ਕਿਰਪਾ ਮੈਨੂੰ ਆਪਣੀ ਮਹਿਮਾ ਦੇ ਦਰਸ਼ਨ ਕਰਵਾ। ਪ੍ਰਭੂ ਨੇ ਮੂਸਾ ਨੂੰ ਉੱਤਰ ਦਿੱਤਾ, ਮੈਂ ਆਪਣੀ ਪੂਰੀ ਮਹਿਮਾ ਦੇ ਨਾਲ ਤੇਰੇ ਅੱਗਿਓਂ ਦੀ ਲੰਘਾਂਗਾ ਅਤੇ ਆਪਣਾ ਪਵਿੱਤਰ ਨਾਂ ਪ੍ਰਗਟ ਕਰਾਂਗਾ।
ਮੈਂ ਪ੍ਰਭੂ ਹਾਂ, ਮੈਂ ਕਿਰਪਾਲੂ ਹਾਂ ਅਤੇ ਆਪਣੇ ਚੁਣਿਆ ਹੋਇਆਂ ਉੱਤੇ ਦਇਆ ਕਰਦਾ ਹਾਂ। ਪਰ ਤੂੰ ਮੇਰੇ ਮੁਖ ਦੇ ਦਰਸ਼ਨ ਨਹੀਂ ਕਰ ਸਕਦਾ, ਕਿਉਂਕਿ ਕੋਈ ਮਨੁੱਖ ਇਹ ਕਰਨ ਦੇ ਪਿੱਛੋਂ ਜਿਉਂਦਾ ਨਹੀਂ ਰਹਿ ਸਕਦਾ। ਹੁਣ ਦੇਖ, ਇੱਥੇ ਮੇਰੇ ਨੇੜੇ ਇੱਕ ਚਟਾਨ ਹੈ ਜਿਸ ਤੇ ਤੂੰ ਖੜਾ ਹੋ ਸਕਦਾ ਹੈ। ਜਦੋਂ ਮੈਂ ਤੇਰੇ ਸਾਹਮਣਿਓਂ ਦੀ ਲੰਘਾਂਗਾ ਤਾਂ ਮੈਂ ਤੈਨੂੰ ਇਸ ਚਟਾਨ ਦੀ ਇੱਕ ਖੰਦਰ ਵਿੱਚ ਖੜਾ ਕਰ ਦੇਵਾਂਗਾ, ਜਦੋਂ ਤੱਕ ਕਿ ਮੈਂ ਉੱਥੋਂ ਦੀ ਲੰਘ ਨਾ ਜਾਵਾਂ। ਫਿਰ ਆਪਣੇ ਅੱਗੇ ਲੰਘ ਜਾਣ ਤੇ ਮੈਂ ਤੇਰੀਆਂ ਅੱਖਾਂ ਅੱਗਿਓਂ ਆਪਣਾ ਹੱਥ ਹਟਾ ਲਵਾਂਗਾ ਅਤੇ ਤੂੰ ਮੇਰਾ ਪਿੱਛਾ ਦੇਖ ਸਕੇਗਾ, ਪਰ ਮੂੰਹ ਨਹੀਂ। ਆਮੀਨ। ਪਾਸੇ ਤੁਹਾਡੀ ਆਵਾਜ਼ ਨਹੀਂ ਆਉਂਦੀ। ਹੁਣ ਆਉਂਦੀ ਆ? ਹਾਂਜੀ ਹਾਂਜੀ ਬਸ ਜੀ। ਅੱਛਾ, ਸੋ ਜਿਸ ਵੇਲੇ ਅਸੀਂ ਇਸ ਹਿੱਸੇ ਨੂੰ ਪੜ੍ਹਦੇ ਹਾਂ, ਜਿਸ ਲਈ ਅਸੀਂ 32ਵੇਂ ਦੇ ਚੈਪਟਰ ਦੇ ਇਸ ਹਿੱਸੇ ਨੂੰ ਪੜ੍ਹਦੇ ਹਾਂ, ਤੇ ਪ੍ਰਭੂ ਦੀ ਕਿਰਪਾ ਦੇਖੋ ਕਿੱਡੀ ਵੱਡੀ ਹੈ। ਇਹ ਕੋਈ ਇਨਸਾਨ ਦੇ ਵਿੱਚ ਜਾਂ ਦੋ ਰਾਜਿਆਂ ਦੇ ਵਿੱਚ ਨਹੀਂ ਗਾ, ਇਹ ਪ੍ਰਭੂ ਪਰਮੇਸ਼ਵਰ ਦੇ ਵਿੱਚ ਔਰ ਉਹਦਿਆਂ ਲੋਕਾਂ ਦੇ ਵਿੱਚ, ਜਿਹੜੇ ਪਾਪੀ ਆ, ਜਿਹਨਾਂ ਨੇ ਬਹੁਤ ਵੱਡਾ ਪਾਪ ਕੀਤਾ, ਲੇਕਿਨ ਫਿਰ ਵੀ ਪ੍ਰਭੂ ਨੇ ਉਹਨਾਂ ਤੇ ਦਇਆ ਕੀਤੀ। ਉਸਨੇ मूसा ਨੂੰ ਕਿਹਾ ਕਿ ਤੂੰ ਫਿਰ ਮੇਰੇ ਕੋਲ ਆਏ, ਮੈਂ ਆਪਣੀ ਕਿਰਪਾ ਔਰ ਦਇਆ ਦੇ ਕਰਕੇ, ਮੈਂ ਕਿਰਪਾਲੂ ਹਾਂ ਔਰ ਕਿਰਪਾ ਦੇ ਕਰਕੇ ਮੈਂ ਆਪਣਿਆਂ ਚੁਣਿਆ ਹੋਇਆਂ ਤੇ ਦਇਆ ਕਰਦਾ। ਕਿੱਡਾ ਵੱਡਾ ਅਹੁਦਾ ਹੈ ਪ੍ਰਭੂ ਦੇ ਲੋਕਾਂ ਦਾ। ਕਈ ਵਾਰੀ ਕਿੰਨਾ ਛੋਟਾ ਅਸੀਂ ਆਪਣੇ ਆਪ ਨੂੰ ਗਿਣ ਲੈਂਦੇ। ਪ੍ਰਭੂ ਦੀ ਪਿਆਰ ਦੀ ਹਜ਼ੂਰੀ ਕਿੰਨੀ ਆ ਔਰ ਕਿੰਨੀ ਵੱਡੀ ਆ। ਦੇਖੋ, ਜਿਹੜੇ ਵੀ ਦੁੱਖ ਦੇ ਵਿੱਚੋਂ ਦੀ ਇਨਸਾਨ ਗੁਜ਼ਰਦਾ ਪਿਆ, ਔਰ ਸਾਡੇ ਸਾਰਿਆਂ ਦੇ ਆਪਣੇ ਆਪਣੇ ਆ ਔਰ ਵੱਖਰੇ ਆ। ਸਾਡੇ ਸਾਰਿਆਂ ਦਾ ਦੁੱਖ ਇੱਕ ਨਹੀਂ ਗਾ। ਸਾਡਾ ਪ੍ਰਭੂ ਉਸ ਨੂੰ ਜਾਣਦਾ ਹੈ। ਪਰ ਸਾਡੀ ਮੁਸੀਬਤ ਇਹ ਆ ਕਿ ਸਾਨੂੰ ਦੁੱਖ ਹੀ ਉਹਦੇ ਕੋਲ ਲੈ ਕੇ ਆਉਂਦੇ। ਔਰ ਜਿਸ ਲਈ ਟੇਬਲ ਤੋਂ ਇਹਨਾਂ ਨੂੰ ਪਰਾਂ ਕਰ ਦਿੱਤਾ ਜਾਂਦਾ, ਤੇ ਫਿਰ ਸਾਡੇ ਆਪਣੇ ਪਲਾਨ ਜਿਹੜੇ ਆ ਉਹ ਟੇਬਲ ਨੂੰ ਭਰ ਦਿੰਦੇ ਆ। ਜਿਸਨੇ ਆਪਣੇ ਪੁੱਤਰ ਤੇ ਦੁੱਖ ਖਾ ਲੈਣ ਦਿੱਤੇ, ਜਿਸਨੇ ਯਹੂਨਾ ਬਪਤਿਸਮਾ ਦੇਣ ਵਾਲੇ ਤੇ ਦੁੱਖ ਖਾ ਲੈਣ ਦਿੱਤੇ, ਔਰ ਉਹਨਾਂ ਦੁੱਖਾਂ ਤੋਂ ਸਾਨੂੰ ਕੀ ਕੁਝ ਪ੍ਰਾਪਤ ਹੋਇਆ, ਤੇ ਸਾਡਿਆਂ ਦੁੱਖਾਂ ਤੋਂ ਪ੍ਰਭੂ ਕੀ ਕੁਝ, ਕਿੰਨਾ ਕੁਝ ਉਹ ਕਰ ਸਕਦਾ, ਸਿਰਫ ਸਾਡੇ ਲਈ ਨਹੀਂ, ਸਿਰਫ ਸਾਡੇ ਲਈ ਨਹੀਂ, ਸਿਰਫ ਮੇਰੇ ਲਈ ਨਹੀਂ, ਬਲਕਿ ਪੂਰੇ ਕੁਟੁੰਬ ਦੇ ਲਈ, ਉਸਦੇ ਪੂਰੇ ਘਰਾਣੇ ਦੇ ਲਈ। ਸੋ ਪ੍ਰਭੂ ਨੇ ਉਸ ਨੂੰ ਕਿਹਾ ਕਿ ਮੈਂ ਕਿਰਪਾਲੂ ਆਪਣੇ ਚੁਣਿਆ ਹੋਇਆਂ ਤੇ ਦਇਆ ਕਰਦਾ, ਪਰ ਤੂੰ ਮੇਰੇ ਮੁਖ ਦੇ ਦਰਸ਼ਨ ਨਹੀਂ ਕਰ ਸਕਦਾ। ਕਿਉਂ? मूसा सोचदा सी कि जिसले प्रभु अपनी मैनू महिमा दिखाऊगा ना, ते मैं एंजलां दी परेड देखूंगा, फिर एक बड़ा सारा सिंहासन देखूंगा जिते प्रभु बैठा है, और फिर मैं देखूंगा कि उन्होंने फरिश्ते लैके उसनू आ रहे, फिर मैं प्रभु दी सेना उहदे पिछे देखूंगा। जिद्दां राजे परेडां कढदे,
सेम चीज। प्रभु ने ये नहीं किया, प्रभु कहना तेरे अग्यों दी मैं गुजरां। साडा ते साडे प्रभु दा जिहड़ा रिश्ता है ना, वो 1 to 1। और एक पासवान दी हमेशा ये जॉब हुंदी है कि अपने भैणां भरावां नूं ये कहे कि तुसीं अपने प्रभु दे नाल अपना रिश्ता सीधा बना के रखो, और उसनूं सीधा किद्दां रखना ये सिखाउणा पासवान दी जॉब है। और प्रभु मूसा नूं कह रहा मैं तेरे अगे गुजरां, मैं तेरे नाल जावांगा, तेनूं जित दवांगा। सो उसने क्या कि तेनू मैं एक खंगर दे विच खड़ा कर दूंगा, तू मेरी पिठ देख सकेगा पर तू मेरा मुंह नहीं देख सकेगा। उसनू असीं अगे जाके थोड़ा अगे जाके देखते हैं। सो आओ असीं 34वें भाव दे विच आ गए हैं। 34वें भाव दी असीं एक आयत तो लैके पहला 8 एक आयत तो लैके 10 आयत तक पढ़ा, एंड दैट विल ओपन एवरीथिंग अप फॉर अस। मैं पढ़ देना पास्टर जी। गो अहेड मेरा बेटा। ਪੱਟੀਆਂ ਦਾ ਫਿਰ ਲਿਖਿਆ ਜਾਣਾ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਹੁਣ ਫਿਰ ਪਹਿਲੇ ਵਰਗੀਆਂ ਪੱਥਰ ਦੀਆਂ 2 ਪੱਟੀਆਂ ਕੱਟ ਕੇ ਤਿਆਰ ਕਰ ਜੋ ਤੂੰ ਤੋੜ ਦਿੱਤੀਆਂ ਹਨ। ਮੈਂ ਉਹਨਾਂ ਉੱਤੇ ਪਹਿਲੇ ਵਾਲੀਆਂ ਗੱਲਾਂ ਫਿਰ ਲਿਖਾਂਗਾ। ਤੂੰ ਕੱਲ ਅੰਮ੍ਰਿਤ ਵੇਲੇ ਤਿਆਰ ਹੋ ਕੇ ਮੇਰੇ ਕੋਲ ਸੀਨੇ ਪਹਾੜ ਦੀ ਚੋਟੀ ਤੇ ਫਿਰ ਆ ਜਾ। ਧਿਆਨ ਰੱਖਣਾ ਕਿ ਤੇਰੇ ਨਾਲ ਕੋਈ ਦੂਜਾ ਮਨੁੱਖ ਪਹਾੜ ਤੇ ਨਾ ਆਵੇ ਤੇ ਨਾ ਹੀ ਕੋਈ ਇਸ ਦੇ ਲਾਗੇ ਦਿਖਾਈ ਦੇਵੇ, ਇੱਥੋਂ ਤੱਕ ਕਿ ਕੋਈ ਪਸ਼ੂ ਪਹਾੜ ਦੇ ਹੇਠਾਂ ਤੱਕ ਚੁਗੇ ਨਾ। ਸੋ ਮੂਸਾ ਨੇ ਪਹਿਲੇ ਵਰਗੀਆਂ ਹੀ ਪੱਥਰ ਦੀਆਂ 2 ਪੱਟੀਆਂ ਕੱਟ ਕੇ ਬਣਾਈਆਂ ਅਤੇ ਪ੍ਰਭੂ ਦੀ ਆਗਿਆ ਅਨੁਸਾਰ ਉਹਨਾਂ ਨੂੰ ਲੈ ਕੇ ਪਹਾੜ ਤੇ ਚੜ੍ਹ ਗਿਆ। ਤਦ ਪ੍ਰਭੂ ਬੱਦਲ ਦੇ ਵਿੱਚ ਆ ਕੇ ਮੂਸਾ ਕੋਲ ਖਲੋ ਗਿਆ ਅਤੇ ਉਸਨੇ ਆਪਣਾ ਨਾਂ ਪ੍ਰਭੂ ਕਰਕੇ ਲਿਆ। ਫਿਰ ਪ੍ਰਭੂ ਉਸ ਦੇ ਅੱਗਿਓਂ ਦੀ ਇਹ ਕਹਿੰਦਾ ਹੋਇਆ ਲੰਘਿਆ, ਮੈਂ ਪ੍ਰਭੂ ਹਾਂ ਜੋ ਦਿਆਲੂ, ਕਿਰਪਾਲੂ, ਗੁੱਸਾ ਕਰਨ ਵਿੱਚ ਮੱਠਾ ਅਤੇ ਧੀਰਜ ਰੱਖਣ ਵਾਲਾ, ਪਿਆਰ ਅਤੇ ਸੱਚਾਈ ਨਾਲ ਅਤ ਭਰਪੂਰ ਪ੍ਰਭੂ ਪਰਮੇਸ਼ਵਰ, ਜੋ ਹਜ਼ਾਰਾਂ ਤੇ ਦਇਆ ਕਰਦਾ ਅਤੇ ਉਹਨਾਂ ਦੇ ਅਪਰਾਧ ਤੇ ਪਾਪ ਮਾਫ ਕਰਨ ਵਾਲਾ, ਪਰ ਮਾਪਿਆਂ ਤੇ ਪਰਦਾਦਿਆਂ ਦੇ ਪਾਪਾਂ ਦਾ ਬੱਚਿਆਂ ਕੋਲੋਂ ਬਦਲਾ ਲੈਣ ਵਾਲਾ ਹਾਂ। ਸੋ ਮੂਸਾ ਨੇ ਤੁਰੰਤ ਧਰਤੀ ਤੇ ਮੂੰਹ ਭਾਰ ਹੋ ਕੇ ਪ੍ਰਭੂ ਨੂੰ ਮੱਥਾ ਟੇਕਿਆ ਤੇ ਕਿਹਾ, ਪ੍ਰਭੂ ਜੇਕਰ ਸੱਚਮੁੱਚ ਮੇਰੇ ਤੇ ਤੇਰੀ ਕਿਰਪਾ ਦ੍ਰਿਸ਼ਟੀ ਹੈ ਤਾਂ ਤੂੰ ਸਾਡੇ ਸੰਗ ਚੱਲ। ਇਹ ਮੇਰੀ ਤੇਰੇ ਅੱਗੇ ਬੇਨਤੀ ਹੈ, ਬੇਸ਼ੱਕ ਅਸੀਂ ਹਠੀ ਲੋਕ ਹਾਂ, ਪਰ ਤੂੰ ਸਾਡੇ ਅਪਰਾਧ ਮਾਫ ਕਰ ਅਤੇ ਸਾਨੂੰ ਆਪਣਾ ਵਿਰਸਾ ਬਣਾ ਲੈ। ਪ੍ਰਭੂ ਨੇ ਮੂਸਾ ਨੂੰ ਕਿਹਾ, ਮੈਂ ਹੁਣ ਤੁਹਾਡੇ ਨੇਮ ਨਾਲ ਬੰਦਾ ਹਾਂ। ਮੈਂ ਇਹਨਾਂ ਸਭ ਲੋਕਾਂ ਦੇ ਸਾਹਮਣੇ ਇਹੋ ਜਿਹੇ ਅਦਭੁਤ ਕੰਮ ਕਰਾਂਗਾ ਜਿਹੋ ਜਿਹੇ ਪਹਿਲੇ ਕਦੀ ਸਾਰੀ ਧਰਤੀ ਤੇ ਕਿਸੇ ਕੌਮ ਦੇ ਸਾਹਮਣੇ ਨਾ ਕੀਤੇ ਗਏ ਹੋਣ। ਸਭ ਲੋਕ ਜਿਨ੍ਹਾਂ ਵਿਚਕਾਰ ਤੁਸੀਂ ਰਹਿ ਰਹੇ ਹੋ ਮੇਰੇ ਇਹ ਕੰਮ ਦੇਖਣਗੇ, ਕਿਉਂਕਿ ਮੈਂ ਤੁਹਾਡੇ ਨਾਲ ਅਤ ਭਿਅੰਕਰ ਕੰਮ ਕਰਨ ਜਾ ਰਿਹਾ ਹਾਂ। महान काम करन जा रहे हैं, अजीब, जिसनूं दूसरियां कौमां दे लोग देख के कहणगे कि भयंकर भयंकर होना दे लई। सो प्रभु ने उसनूं फिर कहा कि तू हुण इन्नी क सजा उसनूं मिली ते 2 फट्टियां हुण तू बना के लै गया, ताकि जिसले तू घड़ रहा होएगा ना ਤੇ ਤੈਨੂੰ ਪਤਾ ਹੋਊਗਾ ਕਿ ਮੈਂ ਆਪਣੇ ਹੱਥਾਂ ਨਾਲ ਤੋੜੀ। Now that's the consequences। ਕਿਉਂਕਿ ਜਿਸਲੇ ਉਹ ਘੜਨੀਆਂ ਆ, 9 ਵੀ ਲੱਗਣੇ ਆ, ਆਪਣੀਆਂ ਸੱਟ ਵੀ ਲੱਗਣੀ ਆ, ਪ੍ਰਭੂ ਨੇ ਲੱਗ ਵੀ ਲੈਣ ਦੇਣੀ ਆ। ਫਿਰ ਉਹਨਾਂ ਨੂੰ ਪੱਧਰਾ ਕਰਨਾ, ਉਹਨਾਂ ਨੂੰ ਸਾਫ਼ ਕਰਨਾ, ਉਹਨਾਂ ਨੂੰ ਤਿਆਰ ਕਰਨਾ। ਕਿੱਥੇ ਸਭ ਕੁਝ ਬਣਿਆ ਬਣਾਇਆ ਮਿਲ ਗਿਆ ਸੀ। ਔਰ ਪਾਪ ਦੇ ਵਿੱਚ ਡਿੱਗਣ ਤੋਂ ਬਾਅਦ ਕੌਨਸੀਕੁਐਂਸ ਹੁੰਦੇ, ਫਿਰ ਉਸ ਦੀ ਦਇਆ ਨਹੀਂ ਜਾਂਦੀ। ਕਿਉਂ? ਕਿਉਂਕਿ ਉਸਨੇ ਚੁਣਾਵ ਕੀਤਾ, ਉਹ ਛੱਡਦਾ ਨਹੀਂ। ਜੇ ਉਹ ਛੱਡ ਦੇਵੇ ਤਾਂ ਫਿਰ ਉਹ ਪ੍ਰਭੂ, ਉਹ ਇਨਸਾਨ ਨੂੰ ਛੱਡਦਾ। ਜਿਸ ਨੂੰ ਉਸਨੇ ਫੜਿਆ ਉਸਦਾ ਨਾਮ ਜੀਵਨ ਦੀ ਪੋਥੀ ਦੇ ਵਿੱਚ ਉਸਦਾ ਜਨਮ ਲੈਣ ਤੋਂ ਪਹਿਲਾਂ, ਧਰਤੀ ਦੀਆਂ ਨੀਹਾਂ ਰੱਖਣ ਤੋਂ ਪਹਿਲਾਂ
लिख लिया। और इंसान जिस वेले भी प्रभु ਨੂੰ ਛੱਡਦਾ ਹੈ ਨਾ ਤੇ ਉਹ ਵੱਡੀ ਪਿਕਚਰ ਨਹੀਂ ਦੇਖਦਾ ਹੁੰਦਾ, ਉਹ ਛੋਟੀ ਪਿਕਚਰ ਦੇਖ ਰਿਹਾ, ਉਹ ਉਸ ਵੇਲੇ ਨੂੰ ਦੇਖ ਰਿਹਾ, ਉਸ ਸਮੇਂ ਨੂੰ ਦੇਖ ਰਿਹਾ, ਉਸ ਹਾਲਤ ਨੂੰ ਦੇਖ ਰਿਹਾ, ਉਸ ਹਾਲਾਤ ਨੂੰ ਦੇਖ ਰਿਹਾ। ਉਹ ਕਦੀ ਵੱਡੀ ਪਿਕਚਰ ਨੂੰ ਨਹੀਂ ਦੇਖ ਰਿਹਾ, ਉਹ ਉਸ ਬਲੈਸਿੰਗ ਨੂੰ ਨਹੀਂ ਦੇਖ ਰਿਹਾ ਹੁੰਦਾ ਜਿਹੜੀ ਪ੍ਰਭੂ ਨੇ ਉਸ ਦੇ ਲਈ। ਕਿੰਨੇ ਪ੍ਰਭੂ ਦੇ ਬੰਦੇ ਮੈਂ ਤੁਹਾਨੂੰ ਦੱਸ ਸਕਦਾ ਜਿਹੜੇ ਅਰਬਪਤੀ ਸੀ ਔਰ ਉਹਨਾਂ ਦਿਨਾਂ ਦੇ ਵਿੱਚ ਸੀ ਜਿਨ੍ਹਾਂ ਨੂੰ ਪ੍ਰਭੂ ਯਿਸੂ ਮਿਲ ਗਿਆ, ਔਰ ਪ੍ਰਭੂ ਯਿਸੂ ਮਿਲਣ ਤੋਂ ਬਾਅਦ ਜੋ ਉਹਨਾਂ ਦਾ ਹਾਲ ਹੋਏ, ਖਾਲ ਕੀਤਾ ਲੋਕਾਂ ਨੇ, ਉਹ ਤਰਸਯੋਗ ਸੀ। ਔਰ ਅੱਜ ਅਸੀਂ ਉਹਨਾਂ ਦੇ ਗਾਣੇ ਗਾਉਂਦੇ, ਉਹਨਾਂ ਦੇ ਲਿਖੇ ਹੋਏ ਗਾਣੇ ਗਾਉਂਦੇ। ਭਜਤਾ ਕਿਉਂ ਨਹੀਂ ਰੇ ਮਨ ਮੂਰਖ ਯਿਸੂ ਨਾਮ ਪਿਆਰਾ ਨਾਮ, ਜੈ ਜੈ ਯਿਸੂ, ਜੈ ਜੈ ਯਿਸੂ। ਅਸੀਂ ਅੱਜ ਗਾਉਂਦੇ। ਉਹ ਅਰਬਾਂ ਪਤੀ ਸੀਗੇ, ਉਹ ਛੱਡ ਕੇ ਆਏ ਸੀ। ਕਿਉਂਕਿ ਉਹਨਾਂ ਨੇ ਇੱਕ ਐਸਾ ਸਵਾਦ ਚੱਖਿਆ ਸੀ ਜਿਸ ਨੇ ਉਹਨਾਂ ਨੂੰ ਇਹ ਚੀਜ਼ ਦਿਖਾਤੀ ਸੀ ਕਿ ਇਹ ਅੱਜ ਦੀ ਗੱਲ ਨਹੀਂ, ਇਹ ਸਦੀਪਕ ਆ, ਇਹ ਐਂਟਰੀ ਆ ਘਰ ਦੇ ਵਿੱਚ ਜਿਹੜੇ ਉਹ ਲੱਖਾਂ ਅਰਬਾਂ ਰੁਪਏ ਨਹੀਂ ਦੇ ਸਕਦੇ। ਉਹ ਨਹੀਂ ਦੇ ਸਕਦੇ। ਸੋ ਪ੍ਰਭੂ ਦੇ ਇਸ ਬੰਦੇ ਨੂੰ ਇਸ ਚੀਜ਼ ਦਾ ਪਤਾ ਹੈ। ਸੋ ਜਿਸ ਵੇਲੇ ਪ੍ਰਭੂ ਨੇ ਇਸ ਨੂੰ ਆਫਰ ਦਿੱਤੀ ਸੀ ਕਿ ਇਦਾਂ ਕਰਦੇ ਆ ਕਿ ਮੈਂ ਇਹਨਾਂ ਸਾਰਿਆਂ ਨੂੰ ਮਾਰ ਦਿੰਦਾ ਇੱਥੇ ਤੇ ਤੇਰੇ ਤੋਂ ਮੈਂ ਇੱਕ ਵੱਡੀ ਕੌਮ ਪੈਦਾ ਕਰੂ। ਅਬਰਾਹਮ ਦੇ ਨਾਲ ਕੀਤਾ ਵਾਅਦਾ ਫਿਰ ਵੀ ਉਹ ਵਾਅਦਾ ਫਿਰ ਵੀ ਰੱਖਿਆ ਜਾਣਾ ਸੀਗਾ। ਉਹ ਵਾਅਦਾ ਫਿਰ ਵੀ ਪੂਰਾ ਹੋਣਾ ਸੀ, ਕਿਉਂਕਿ ਵਾਅਦਾ ਤਾਂ ਅਬਰਾਹਮ ਦੇ ਨਾਲ ਸੀ ਨਾ ਕਿ ਤੇਰੀ ਸੰਤਾਨ, ਮੂਸਾ ਅਬਰਾਹਮ ਦੀ ਸੰਤਾਨ ਸੀ। ਉਸਨੇ ਕਿਹਾ ਨਹੀਂ, ਜੇ ਤੂੰ ਮਾਰਨਾ ਫਿਰ ਤੂੰ ਮੈਨੂੰ ਵੀ ਇਹਨਾਂ ਦੇ ਨਾਲ ਮਾਰ। ਉਸਨੇ ਉਸ ਚੀਜ਼ ਨੂੰ ਅਸਵੀਕਾਰ ਕਰ ਦਿੱਤਾ ਸੀ ਕਿ ਨਹੀਂ, ਐਡੀ ਵੱਡੀ ਬਰਕਤ ਪ੍ਰਭੂ ਉਸ ਨੂੰ ਦੇ ਰਿਹਾ ਸੀ। ਮੇਰੇ ਵਰਗਾ ਲਾਲਚੀ ਹੁੰਦਾ ਤਾਂ ਕਹਿਣਾ ਸੀਗਾ ਕੋਈ ਨਹੀਂ, ਤੂੰ ਕਰ ਚੱਕ ਫੱਟੇ ਜਿਹੜੇ ਬਟਨ ਚੱਕਣੇ ਆ, ਮੈਂ ਤੇਰੇ ਨਾਲ ਆ ਪ੍ਰਭੂ। ਉਸਨੇ ਕਿਹਾ ਨਹੀਂ। ਇੱਕ ਮਸੀਹੀ ਦੀ ਨਿਸ਼ਾਨੀ ਇਹ ਹੁੰਦੀ ਹੈ, ਔਰ ਇਹਦੇ ਵਿੱਚ ਦੀ ਲੰਘ ਕੇ ਯਾਨੀ ਕਿ ਇੱਕ ਜਿਸਲੇ ਪਿੰਜਣ ਤੋਂ ਬਾਅਦ ਮੈਂ ਚੀਜ਼ ਸਿੱਖੀ ਆ, ਤਾਂ ਪਿੰਜਣੀ ਦੇ ਵਿੱਚ ਰੂਹ ਨਹੀਂ ਪਾਇਆ ਜਾਂਦਾ ਤੇ ਫਿਰ ਉਹ ਪਿੰਜਦੀ ਆ, ਤਾਂ ਜਿਹੜਾ ਰੂਹ ਆ ਸਾਫ਼ ਰੂਹ ਇੱਕ ਪਾਸੇ ਆ ਜਾਂਦਾ ਤੇ ਜਿਹੜਾ ਦੂਸਰਾ ਘੱਟਾ ਮਿੱਟੀ ਆ ਉਹ ਇੱਕ ਪਾਸੇ ਨੂੰ ਥੱਲੇ ਡਿੱਗ ਪੈਂਦੀਆਂ, ਭਾਰੀਆਂ ਚੀਜ਼ਾਂ ਥੱਲੇ ਡਿੱਗ ਪੈਂਦੀਆਂ, ਕੁਛ ਉੱਡ ਜਾਂਦੀਆਂ। ਉੱਥੋਂ ਇੱਕ ਚੀਜ਼ ਸਿੱਖੀ ਕਿ ਇੱਕ ਮਸੀਹੀ ਦੇ ਲਈ ਦੋ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਹੈ, ਪੈਸ਼ਨ ਫॉर द लॉर्ड, ਕੰਪੈਸ਼ਨ ਫॉर द लॉस्ट। ਆਪਣੇ ਪ੍ਰਭੂ ਦੇ ਲਈ ਇੱਕ ਅਣਖ ਹੋਣੀ ਚਾਹੀਦੀ ਹੈ, ਔਰ ਇੱਕ ਉਹ ਇਨਸਾਨ ਜਿਹੜਾ ਪ੍ਰਭੂ ਨੂੰ ਨਹੀਂ ਜਾਣਦਾ ਉਹਦੇ ਲਈ ਦੁੱਖ ਹੋਣਾ ਚਾਹੀਦਾ ਕਿ ਕਾਸ਼ ਇਹ ਪ੍ਰਭੂ ਨੂੰ ਜਾਣਦਾ। ਕਿਉਂਕਿ ਅਸਲੀ ਮਸੀਹੀ ਜਿਹੜਾ ਸੀ ਉਹ ਯਿਸੂ ਮਸੀਹ ਆਪ ਸੀ। ਅਸੀਂ ਉਹਦੇ ਵਾਂਗ ਬਣਨ ਦੀ ਕੋਸ਼ਿਸ਼ ਕਰਦੇ, ਅਸੀਂ ਆਪਣੀ ਕੋਸ਼ਿਸ਼ ਕਰ ਰਹੇ। ਅਸਲੀ ਉਹ ਸੀ, ਆਪਣੇ ਬਾਪ ਦੇ ਨਾਲ ਉਸਨੂੰ ਇੰਨੀ ਅਣਖ ਸੀ ਆਪਣੇ ਬਾਪ ਦੇ ਨਾਮ ਦੀ ਕਿ ਜਿਸ ਵੇਲੇ ਉਹ ਮੰਦਿਰ ਦੇ ਵਿੱਚ ਗਿਆ ਤੇ ਉਸਨੇ ਉਹ ਮੰਡੀਆਂ ਲੱਗੀਆਂ ਦੇਖੀਆਂ
और उसनूं पता सी कि ये मेरी मौत का कारण है जो मैं करन जा रहा। उसने वो सारियां मंडियां उथों तड़ा दी। उसने कहा मेरे बाप का घर दुआ का घर होना चाहिए सी, तुसीं इसनूं मंडी बना के रख दिता। और पापी दे लई इन्ना प्रेम कि एक औरत नूं घसीट के लिया के उहदे मूहरे सुट दिता। साडा धर्म दसदा कि इसनूं पत्थर मार के मार दिता जाए, तू की कहना। उसने सारे हाल देखा, जिसले देख के उसने कहा कि किसी नूं भी अपना कैंसर दिखाई नहीं दिता। किसी नूं भी अपना कैंसर दिखाई नहीं दिता। उसने कहा जिसने पाप नहीं किया पहला पत्थर मारे। सब उत्थे छड्ड के चले गए। ये है साडे बाप का दिल, और इहो ही साडा दिल होना चाहिए। और इत्थे असीं ओही बाप का दिल देखते पाए। मूसा बैठा फटियां कटदा पिया, और जिसले वो काम फिनिश हो गया तो वो लैके उत्थे चला गया। पर प्रभु की फिर भी एक दया सी। उसने ये नहीं कहा कि मैं बोलूंगा तू लिख ले। उसने कहा मैं अपनी उंगली के नाल फिर लिखूंगा। एंड ये एक ऐसी ब्लैसिंग है जिहड़ी साडे सिर्फ मसीह अज कित्थे पई है सानू नहीं पता। सानू इन्ना पता कि है जिते प्रभु की उंगली दे नाल, अपनी उंगली दे नाल, जिउंदे परमेश्वर की उंगली दे नाल कुछ लिखिया पिया। और वो साडी धरोहर, वो साडी बरकत। और प्रभु ने मूसा चढ़ गया, उसने खंगर दे विच उसने खड़ा कर दिता। और तुसी ऐदा देखो कि खंगर ऐदा है तो प्रभु इधरों दी प्रभु आया और नंगदा चला गया। हुण सिर्फ वो प्रभु की पिठ देख सकता। And that's a Christ, प्रभु यसु मसीह जिसले सलीब ते जा रहा सी। उसका चेहरा इन्ना बिगड़िया सी कि कोई इंसान देख नहीं सकता। उसने दिखाया मैं क्यों माफ करता। और जब मूसा ने वो देखा तो फिर वो मुंह पर नहीं डिग पिया। प्रभु ने की क्या कहंदा, प्रभु बदल दे विच आके मूसा दे कोल खलो गया। उसने अपना नाम प्रभु करके लिया। और उसदे अग्गों दी ये कहंदा होया लंघिया, याहवे याहवे, मैं प्रभु हाँ, मैं प्रभु, मैं ही प्रभु। जो दयालु, कृपालु, गुस्सा करन विच मठा, धीरज रखण वाला अते प्यार अते वफादारी दे नाल। और इत्थे जिहड़ा शब्द है सच्चाई, सच्चाई नहीं, शब्द है वफादारी। प्यार अते वफादारी दे नाल अत भरपूर प्रभु परमेश्वर, जो हजारां ते दया करदा अते उन्हां दे अपराध इत्थे लिखिया। इब्रानी शब्द का जिहड़ा अर्थ है वो है कमीनगी और उस खिलाफ दर्जी जिहड़ी करते हैं असीं, जिहड़ी जान बुझ के कीती जाती। एक तो हुंदा ना कि हो जानी, एक हुंदा सानू पता ही नहीं असीं कर रहे, और एक हुंदा जिहड़ा असीं जान बुझ के कर रहे। खिलाफ दर्जी पाप माफ करने वाला अते पाप माफ करने वाला, पर मापियां ते परदादियां दे पापां दा बच्चियां तो बदला लैण वाला। हाँ। और असीं देखिया कि प्रभु ने 400 साल तक उन्हां दा इंतजार किया जिहड़े उत्थे रह सके। और सारा रला लईए टाइम ते 900 साल उन्हां दा इंतजार किया जिहड़े लोग उत्थों कढे।
और फिर जिस वेले उन्होंने अपने रस्ते नहीं बदले तो फिर प्रभु ने उन्होंने उत्थों कढ़ के अपने लोगों को दसाया। इसका मतलब कि इंतजार करता, पीढ़ियों पीढ़ी इंतजार करता, पर फिर जिसले नहीं तो फिर उन्होंने खातर प्रभु उस कौम को खत्म कर दिता। सो मूसा ने तुरंत धरती ते मुंह पार होके प्रभु नूं मत्था टेकिया ते क्या प्रभु जेकर सचमुच मेरे ते तेरी कृपा दृष्टि है तो तू साडे संग जा। और अगे उसने बड़ी प्यारी चीज कही, ये मेरी तेरे अगे बेनती है, बेशक असी हठी लोग, उत्थे जिहड़ा शब्द आ वो है स्टिफ नेक, यानी कि धौन च सरिया। बेशक असी हठी लोग हाँ, पर तू साडे अपराध माफ कर ते सानू अपना विरसा बना। Isn't that amazing? कितनी प्यारी दुआ है जो कौम दे लिए कर रही है। और इस कौम ने सवाए दुख तो इस बंदे नूं कख नहीं दिता। जदों तो ये मिस्र दे विच गया उथों लैके इत्थे तक इन्हां ने सवाए बुड़बुड़ाउण तो होर कख नहीं कीता। और उन्हां दियां झल्ली जांदा और अंत कह रहा कि तू साडे नाल चल और इस कौम नूं तू अपना विरसा बना ला, अपनी जायदाद बना ला। बेसिकली प्रभु ने मूसा नूं कहा, मैं हुण तेरे नाल नेम बांधा हाँ, मैं इन्हां सब लोकां दे सामने इहो जिहा अद्भुत काम करांगा कि इहो जे पहले कदी धरती दी कौम दे सामने ना कीते गए हों। सब लोग जिन्हां दे विचकार तुसीं रह रहे हो। सो जिस वेले अपने लोकां जिसले अपने लोग प्रभु दे उस नूं देखणगे तो वो कहणगे अद्भुत, अजीब, वाओ। पर जिसले जिन्हां विच वो रह रहे है जिहड़ी कौम दूजियां कौमां दे लोग उन्हां नूं देखणगे तो वो कहणगे विचकार रह रहे हन, वो ये काम देखणगे कि मैं तुहाडे नाल अत्यंत भयंकर काम करन जा रहे हैं। वो कहणगे वाओ, इन्हां दा प्रभु सचमुच जिंदा है और असीं बच नहीं सकते। उन्हां दे अंदर भै होएगा, उन्हां दे अंदर डर होएगा। जिस तरह रहाब ने क्या सी, डरे पे आ सारे, एडियां मोटियां मोटियां कंधां आ, ये हुण ते भी डरे पे आ सारे लोग जो भयंकर काम तुहाडे परमेश्वर ने कीते तुहाडे लई। जिसलिए असीं इस हिस्से नूं देखदे हां ते इस हिस्से नूं लैके दाऊद ने जबूर 103 दे विच लैके गया। उसने अपने पाप नूं अच्छा बनाउण वाला पाप बनाता कि इस तो घिनौना काम है जिहड़ा कीता वो बच्चे बनाउण बारे क्या कीता। पर मेरा प्रभु दयालु कृपालु, वो गुस्सा करन दे विच मठा आ और इस करके अपनी अपार दया दे करके उसने मेरे ते रहम कीती और इस समय दे विच भी उसने मैनू अपनी बरकतां दे नाल दोबारा माला माल कीता। सो हे मेरे मन प्रभु नूं धन कह, हे मेरे पूर्ण व्यक्तित्व उसके पवित्र नाम नूं धन कह, हे मेरे मन प्रभु नूं धन कह। और देखो किन्ने प्यारे तरीके दे नाल जबूर नूं खत्म कर रहा, क्योंकि उसने प्रभु दे नाल एक वादा कीता सी 51 जबूर दे विच कि जद तू मेरे ते दया करेगा, जद तू मेरे ते रहम करेगा, मेरे पापां नूं माफ करेगा तो मैं कौम नूं सिखाऊंगा, मैं तेरे बड़े काम कौम नूं सिखाऊंगा।
सो जिसलिए ਅਸੀਂ ਦੇਖਦੇ ਹਾਂ ਕਿ 9ਵੀਂ ਆਇਤ ਤੋਂ ਦੇਖਦੇ ਹਾਂ ਕਿ ਉਹ ਹਮੇਸ਼ਾ ਝਿੜਕਦਾ ਨਹੀਂ, ਪਰ ਇਹਦਾ ਮਤਲਬ ਇਹ ਨਹੀਂ ਕਿ ਝਿੜਕਦਾ ਨਹੀਂ, ਉਹਦੀ ਝਿੜਕ ਆਉਂਦੀ ਆ, ਉਹਦੀ ਝਿੜਕ ਆਉਂਦੀ ਆ। ਪਰ ਪ੍ਰਭੂ ਦਾ ਸ਼ੁਕਰ ਹੈ ਕਿ ਜਿਸ ਲਈ ਉਹ ਚਪੇੜ ਮਾਰਦਾ ਤੇ ਹੱਥ ਉਹਦਾ ਆਪਣਾ ਅੱਗੇ ਹੁੰਦਾ, ਰੌਲਾ ਜ਼ਿਆਦਾ ਹੁੰਦਾ ਲੱਗਦਾ, ਪਰ ਸਾਡੇ ਕੰਨ ਖੁੱਲ ਜਾਂਦੇ ਕਿ ਇਹ ਮੇਰੇ ਲਈ ਨਹੀਂ, ਇਹ ਮੇਰੇ ਲਈ। ਔਰ ਖਾਸ ਕਰਕੇ ਇਹ ਸਾਨੂੰ ਉਹਨਾਂ ਲੋਕਾਂ ਦੇ ਵਿੱਚ ਚੇਤੇ ਰੱਖਣਾ ਪੈਂਦਾ ਜਿਹੜੇ ਕਹਿੰਦੇ ਆ, ਉਹ ਚਾਹੇ ਕ੍ਰਿਸਚਨ ਵੀ ਹੋਣ, ਜਿਹੜੇ ਕਹਿੰਦੇ ਆ ਸਾਰੇ ਲੋਕ ਕਰਦੇ, ਯਾਰ ਠੀਕ ਆ ਕਰਦੇ ਆ, ਉਹਨਾਂ ਦੇ ਲਈ ਹੋ, ਮੇਰੇ ਲਈ ਨੇ। ਸਿੰਪਲ ਜਵਾਬ, ਅਸੀਂ ਕਿਸੇ ਨੂੰ ਅਫੈਂਡ ਵੀ ਨਹੀਂ ਕੀਤਾ ਔਰ ਅਸੀਂ ਆਪਣੇ ਆਪ ਨੂੰ ਪਾਪ ਤੋਂ ਦੂਰ ਵੀ ਰੱਖਿਆ। ਹਮੇਸ਼ਾ ਝਿੜਕਦਾ ਨਹੀਂ, ਨਾ ਹੀ ਹਮੇਸ਼ਾ ਗੁੱਸੇ ਰਹਿੰਦਾ ਹੈ। ਉਹ ਸਾਡੇ ਕੀਤੇ ਅਨੁਸਾਰ ਸਾਡੇ ਨਾਲ ਨਹੀਂ ਵਰਤਦਾ, ਨਾ ਸਾਡੇ ਅਪਰਾਧਾਂ ਅਨੁਸਾਰ ਸਾਨੂੰ ਬਦਲਾ ਦਿੰਦਾ ਹੈ। ਹੁਣ ਯਾਦ ਰੱਖਿਓ, ਅਗਲੇ ਜਿਹੜੇ ਹਿੱਸੇ ਅਸੀਂ ਪੜ੍ਹਨੇ ਆ ਬੜੇ ਖਤਰਨਾਕ ਹਿੱਸੇ ਆ, ਔਰ ਸਾਰਿਆਂ ਦੇ ਦਿਮਾਗ ਦੇ ਵਿੱਚ ਇਹ ਹੋਣਾ ਪ੍ਰਭੂ ਨੇ ਸਜ਼ਾ ਦਿੱਤੀ। ਨਹੀਂ, ਸਾਨੂੰ ਯਾਦ ਰੱਖਣਾ ਚਾਹੀਦਾ ਦਾਊਦ ਨੇ ਆਪਣੇ ਆਪ ਨੂੰ ਸਜ਼ਾ ਦਿੱਤੀ ਸੀ। ਸੋ ਮੈਂ ਬਾਰ-ਬਾਰ ਤੁਹਾਨੂੰ ਉਸ ਹਿੱਸੇ ਦੇ ਵਿੱਚ ਲੈ ਕੇ ਜਾਣਾ ਕਿ ਦੇਖੋ, ਜਿਹੜੀ ਸਜ਼ਾ ਦਿੱਤੀ ਸੀ ਉਹ ਦਾਊਦ ਨੇ ਆਪਣੇ ਆਪ ਨੂੰ ਦਿੱਤੀ ਸੀ, ਨਾ ਕਿ ਪ੍ਰਭੂ ਨੇ ਦਿੱਤੀ ਸੀ। ਪ੍ਰਭੂ ਨੇ ਉਸ ਸਜ਼ਾ ਦੇ ਵਿੱਚੋਂ ਸਜ਼ਾ ਘਟਾ ਦਿੱਤੀ ਸੀ, ਦਾਊਦ ਦੇ ਲਈ ਸਜ਼ਾ ਘਟਾ ਦਿੱਤੀ ਸੀ। ਅਪਰਾਧਾਂ ਦੇ ਅਨੁਸਾਰ ਬਦਲਾ ਦਿੰਦਾ ਹੈ। ਧਰਤੀ ਤੋਂ ਆਕਾਸ਼ ਜਿੰਨਾ ਉੱਚਾ ਹੈ, ਉਨੀ ਉੱਚੀ ਤੇ ਵੱਡੀ ਉਸਦੀ ਦਇਆ ਉਸ ਤੋਂ ਡਰਨ ਵਾਲਿਆਂ ਦੇ ਲਈ ਹੈ। ਜਿੰਨਾ ਪੂਰਬ ਤੋਂ ਪੱਛਮ ਦੂਰ ਹੈ, ਓਨੇ ਹੀ ਦੂਰ ਉਸਨੇ ਸਾਡੇ ਪਾਪ ਕਰ ਦਿੱਤੇ ਹਨ। ਜਿਸ ਤਰ੍ਹਾਂ ਪਿਤਾ ਆਪਣੀ ਸੰਤਾਨ ਤੇ ਤਰਸ ਖਾਂਦਾ ਹੈ, ਉਸੇ ਤਰ੍ਹਾਂ ਪ੍ਰਭੂ ਵੀ ਆਪਣੇ ਡਰਨ ਵਾਲਿਆਂ ਤੇ ਤਰਸ ਖਾਂਦਾ ਹੈ। ਉਹ ਜਾਣਦਾ ਹੈ ਕਿ ਅਸੀਂ ਕਿਸ ਚੀਜ਼ ਤੋਂ ਬਣੇ ਹਾਂ, ਉਸਨੂੰ ਯਾਦ ਹੈ ਕਿ ਅਸੀਂ ਕੇਵਲ ਮਿੱਟੀ ਹਾਂ। ਅਗਰ ਪਰਫੈਕਟ ਹਿਊਮਨ ਬੀਇੰਗ ਦੇਖਣੇ ਆ ਤੇ ਫਿਰ ਆਦਮ ਔਰ ਹਵਾ ਨਾਲੋਂ ਵਧੀਆ ਕੋਈ ਨਹੀਂ ਸੀ। That was a wonderful set, ਕਿਉਂਕਿ ਧਰਤੀ ਪਾਪ 'ਚ ਨਹੀਂ ਹਾਲੇ ਡਿੱਗੀ ਸੀ। ਆਦਮ ਨੂੰ ਪ੍ਰਭੂ ਨੇ ਆਪਣੇ ਹੱਥਾਂ ਦੇ ਨਾਲ ਬਣਾਇਆ ਸੀ ਔਰ ਉਹਦੇ ਅੰਦਰ ਆਪਣਾ ਪਵਿੱਤਰ ਆਤਮਾ ਦੇ ਨਾਲ ਉਸਨੂੰ ਜਿਉਂਦਾ ਕੀਤਾ ਸੀ, ਆਪਣਾ ਸਾਹ ਫੂਕਿਆ ਸੀ, ਰੂਆਖ, ਔਰ ਉਹਦਾ ਮਤਲਬ ਹੈ ਸਾਹ। ਜਿਸ ਲਈ ਅਸੀਂ ਪਵਿੱਤਰ ਆਤਮਾ ਦੀ ਗੱਲ ਕਰਦੇ ਨਾ ਤਾਂ ਸ਼ਬਦ ਹੈ ਰੂਆਖ, ਮੀਨਿੰਗ ਸਾਹ। ਪ੍ਰਭੂ ਦਾ ਸਾਹ ਆ, ਉਹ ਆਪਣਾ ਸਾਹ ਉਸਦੇ ਅੰਦਰ ਪਾ ਕੇ ਉਸਨੂੰ ਜਿਉਂਦਾ ਪ੍ਰਾਣੀ ਬਣਾਇਆ। ਉਹ ਧਰਤੀ ਤੇ ਬਣਿਆ ਸੀ, ਲੇਕਿਨ ਜਿਸ ਲਈ ਅਸੀਂ ਉਸਦੀ ਪਤਨੀ ਦੇ ਬਾਰੇ ਦੇਖਦੇ ਹਾਂ, ਹਵਾ ਦੇ ਬਾਰੇ ਦੇਖਦੇ ਹਾਂ, ਤਾਂ ਉੱਥੇ ਲਿਖਿਆ ਕਿ ਪ੍ਰਭੂ, ਇਬਰਾਨੀ ਦੇ ਵਿੱਚ ਲਿਖਿਆ ਕਿ ਪ੍ਰਭੂ ਉਸਦੀ ਇੱਕ ਪਸਲੀ ਲੈ ਗਿਆ ਔਰ ਉਸਨੇ ਉਸ ਤੋਂ ਹਵਾ ਨੂੰ ਤਰਾਸ਼ਿਆ। ਬਾਕੀ ਜਿੰਨੇ ਵੀ ਜੀਵ ਆ ਦੁਨੀਆ ਦੇ, ਜਾਨਵਰ ਆ, ਪਰਿੰਦੇ ਆ, ਹਮੇਸ਼ਾ ਜਿਹੜਾ ਨਰ ਆ ਉਹ ਸੁੰਦਰ ਹੁੰਦਾ। ਮੋਰ ਨੂੰ ਤੁਸੀਂ ਦੇਖ ਲਓ, ਚਿੜੀਆਂ ਨੂੰ ਦੇਖ ਲਓ, ਈਵਨ ਤੁਸੀਂ ਮੱਛੀਆਂ ਦੇ ਵਿੱਚ ਵੀ ਦੇਖ ਲਓ, ਲੇਕਿਨ ਸਿਰਫ ਇਨਸਾਨ ਦੇ ਵਿੱਚ ਜਿਹੜੀ ਮਾਦਾ ਆ ਉਹ ਸੁੰਦਰ। ਉਸ ਦਾ ਕਾਰਨ ਇਹ ਹੈ ਕਿ ਪ੍ਰਭੂ ਨੇ ਉਸਨੂੰ ਆਪਣੇ ਹੱਥਾਂ ਦੇ ਨਾਲ ਤਰਾਸ਼ਿਆ ਹੈ ਔਰ ਉਸਨੂੰ ਪਤਨੀ ਬਣਾ ਕੇ ਉਸਨੇ ਉਸਨੂੰ ਦਿੱਤਾ। ਪਰਫੈਕਟ। ਜੇ ਉਹ ਪਾਪ ਦੇ ਵਿੱਚ ਡਿੱਗ ਸਕਦੇ ਆ ਤਾਂ ਅਸੀਂ ਤਾਂ ਪਾਪੀ ਮਿੱਟੀ ਤੋਂ ਬਣੇ। ਇਸ ਕਰਕੇ ਪ੍ਰਭੂ ਸਾਨੂੰ ਜਾਣਦਾ ਹੈ। ਉਸਨੇ ਸਾਡੇ ਉੱਤੇ ਕੋਈ ਇੰਨਾ ਵੱਡਾ ਬਰਡਨ ਨਹੀਂ, ਇੰਨਾ ਵੱਡਾ ਟੋਕਰਾ ਨਹੀਂ ਰੱਖਿਆ ਕਿ ਤੈਨੂੰ ਆ ਵੀ ਕਰਨਾ ਪੈਣਾ ਤੇ ਤੈਨੂੰ ਉਹ ਵੀ ਕਰਨਾ ਪੈਣਾ। ਉਹ ਸਿਰਫ ਇਹ ਕਹਿੰਦਾ ਕਿ ਮੇਰੇ ਪਿੱਛੇ ਤੁਰਿਆ ਰਹਿ, ਬਸ ਇੰਨਾ ਕਰ ਤੂੰ। ਮੈਂ ਹੀ ਰਾਹ, ਮੈਂ ਹੀ ਸੱਚ ਤੇ ਮੈਂ ਹੀ ਜ਼ਿੰਦਗੀ ਆ। ਹੋਰ ਕਿਸੇ ਸੱਚ ਨੂੰ ਨਾ ਮੰਨੀ, ਕਿਸੇ ਰਾਹ ਨੂੰ ਨਾ ਫੜੀ, ਮੇਰੇ ਰਸਤੇ ਤੇ ਤੁਰਿਆ ਰਹਿ। ਜ਼ਿੰਦਗੀ ਇਹਦੇ ਵਿੱਚ ਹੀ ਆ। ਤੇਰੀ ਸਮਝ ਉਨੀ ਹੈ ਨਹੀਂ।
ਤੇ ਅਸੀਂ ਸਾਰੀਆਂ ਚੀਜ਼ਾਂ ਸਮਝ ਸਕੀਏ। ਜੇ ਪ੍ਰਭੂ ਨੂੰ ਇਸ ਛੋਟੇ ਜਿਹੇ ਡੱਬੇ ਦੇ ਵਿੱਚ ਪਾ ਲਈਏ ਤੇ ਫਿਰ ਤਾਂ ਪ੍ਰਭੂ ਬਹੁਤ ਛੋਟਾ ਹੋ ਗਿਆ, ਉਹ ਤਾਂ ਫਿਰ ਮੇਰੇ ਤੋਂ ਵੀ ਛੋਟਾ। ਆਈ ਡੋਂਟ ਨੋ ਐਵਰੀਥਿੰਗ। ਜਿੰਨਾ ਮਾੜਾ ਮੋਟਾ ਆਤਮਾ ਪ੍ਰਭੂ ਦਾ ਦੱਸ ਦਿੰਦਾ ਉਹਨਾਂ ਕੁ ਤੁਹਾਡੇ ਨਾਲ ਸ਼ੇਅਰ ਕਰ ਲੈਣਾ। ਮੈਨੂੰ ਕਿਸੇ ਨੂੰ ਵੀ ਸਾਰਾ ਕੁਝ ਨਹੀਂ ਪਤਾ, ਔਰ ਜਿਹੜਾ ਕਹਿੰਦਾ ਮੈਨੂੰ ਸਾਰਾ ਕੁਝ ਪਤਾ ਉਸਨੂੰ ਕੁਝ ਵੀ ਨਹੀਂ ਪਤਾ। ਪ੍ਰਭੂ ਬਹੁਤ ਵਿਰਾਟ ਹੈ। ਬਹੁਤ ਚੀਜ਼ਾਂ ਅਸੀਂ ਐਸੀਆਂ ਦੇਖਣੀਆਂ ਉੱਥੇ ਜਾ ਕੇ ਜਿਹੜੀਆਂ ਸਾਡੀ ਸਮਝ ਤੋਂ ਬਾਹਰ ਹੋਣੀਆਂ। ਬਹੁਤ ਸਾਰੇ ਐਸੇ ਲੋਕ ਅਸੀਂ ਪ੍ਰਭੂ ਦੇ ਘਰ ਦੇਖਣੇ ਆ ਜਿਹੜਾ ਅਸੀਂ ਸੋਚਿਆ ਸੀ ਕਿ ਇਹ ਕਦੀ ਪ੍ਰਭੂ ਦੇ ਘਰ ਹੀ ਨਹੀਂ ਜਾ ਸਕਦਾ। ਸੋ ਉਹ ਜਾਣਦਾ ਕਿ ਅਸੀਂ ਕੇਵਲ ਮਿੱਟੀ ਹਾਂ। ਮਨੁੱਖ ਦਾ ਜੀਵਨ ਘਾਹ ਦੀ ਤਰ੍ਹਾਂ ਹੈ, ਉਹ ਜੰਗਲੀ ਫੁੱਲਾਂ ਦੀ ਤਰ੍ਹਾਂ ਵੱਧਦਾ ਫੁੱਲਦਾ ਹੈ, ਜਿਸ ਉੱਤੋਂ ਦੀ ਹਵਾ ਚੱਲਦੀ ਹੈ ਤੇ ਉੱਡ ਜਾਂਦਾ ਹੈ। ਤਦ ਉਸ ਦੇ ਬਾਰੇ ਕੋਈ ਜਾਣਦਾ ਨਹੀਂ ਹੈ ਕਿ ਉਹ ਕਿੱਥੇ ਹੈ। ਪਤਾ ਨਹੀਂ ਕਿੰਨੇ ਰਾਜੇ ਆਏ ਮਰ ਗਏ, ਕਿਸੇ ਨੂੰ ਪਤਾ ਨਹੀਂ। ਅਸੀਂ ਗਾਂ ਜਾ ਕੇ ਰਾਜਿਆਂ ਦੇ ਵਿੱਚ ਜਿਸਲੇ ਹਿੰਦੁਸਤਾਨੀ ਰਾਜਿਆਂ ਦੀ ਹਿਸਟਰੀ ਫੋਲਣੀ ਆ, ਤੁਸੀਂ ਕਈਆਂ ਦੇ ਨਾਂ ਪਹਿਲੀ ਵਾਰੀ ਸੁਣਨੇ। ਕਿਉਂ? ਕਿਉਂਕਿ ਅਸੀਂ ਬਾਈਬਲ ਦੇ ਵਿੱਚ ਵੀ ਦੇਖਦੇ ਪਏ ਕਿ ਉੱਥੇ ਉਸ ਵੇਲੇ ਕਿਹੜਾ ਰਾਜਾ ਸੀ, ਤਾਂ ਸਾਨੂੰ ਪਤਾ ਲੱਗਣਾ ਕਿ ਹਾਂ ਭਾਈ ਇੰਡੀਆ 'ਚ ਤਾਂ ਆਹ ਰਾਜਾ ਸੀ ਉਸ ਵੇਲੇ। ਜੇ ਅਸੀਂ ਬਾਈਬਲ ਦੇ ਵਿੱਚੋਂ ਦੀ ਨਾਂ ਦੇਖਦੇ ਹੁੰਦੇ ਤਾਂ ਸ਼ਾਇਦ ਅਸੀਂ ਉਹ ਹਿਸਟਰੀ ਕਦੀ ਵੀ ਨਾ ਦੇਖਦੇ ਜਿਹੜੀ ਅਸੀਂ ਦੇਖਣ ਜਾ ਰਹੇ ਹਾਂ ਆਉਣ ਵਾਲਿਆਂ ਦਿਨਾਂ 'ਚ। ਸੋ ਔਰ ਸਭ ਤੋਂ ਜਿਹੜੀ ਪਿਆਰੀ ਆਇਤ ਆ ਉਹ ਇਹ ਆ, ਪ੍ਰਭੂ ਦੀ ਦਇਆ ਉਸ ਤੇ ਡਰਨ ਵਾਲਿਆਂ ਤੇ ਆਦਿ ਕਾਲ ਤੋਂ ਹੈ। ਉਸ ਦੀ ਭਲਾਈ ਹਰ ਪੀੜ੍ਹੀ ਦੇ ਲੋਕਾਂ ਤੇ ਹੈ ਜੋ ਉਸ ਦੇ ਨੇਮ ਤੇ ਸੱਚੇ ਮਨ ਨਾਲ ਚੱਲਦੇ ਹਨ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਪ੍ਰਭੂ ਨੇ ਆਪਣਾ ਸਿੰਘਾਸਨ ਸਵਰਗ ਦੇ ਵਿੱਚ ਲਾਇਆ ਹੈ ਅਤੇ ਸਭ ਲੋਕਾਂ ਤੇ ਰਾਜ ਕਰਦਾ ਹੈ। ਹੇ ਸਵਰਗਦੂਤੋ, ਸਵਰਗ ਦੇ ਵਿੱਚੋਂ ਸ਼ੁਰੂ ਹੋਇਆ, ਹੇ ਸਵਰਗਦੂਤੋ ਪ੍ਰਭੂ ਨੂੰ ਧੰਨ ਕਹੋ, ਤੁਸੀਂ ਜੋ ਸ਼ਕਤੀਸ਼ਾਲੀ ਹੋ ਅਤੇ ਉਸਦੇ ਵਚਨਾਂ ਨੂੰ ਪੂਰਾ ਕਰਦੇ ਹੋ ਅਤੇ ਉਸਦੀ ਆਵਾਜ਼ ਸੁਣ ਕੇ ਉਸਦੇ ਅਨੁਸਾਰ ਚੱਲਦੇ ਹੋ। ਸੋ ਜਿਹੜੇ ਸਵਰਗਦੂਤ ਉਹਨਾਂ ਨੂੰ ਕਿਹਾ, ਹੇ ਸਭ ਸੈਨਾਵਾਂ ਪ੍ਰਭੂ ਨੂੰ ਧੰਨ ਕਹੋ ਜੋ ਤੁਸੀਂ ਉਸਦੇ ਸੇਵਾਦਾਰ ਹੋ ਅਤੇ ਉਸਦੀ ਇੱਛਾ ਅਨੁਸਾਰ ਸਭ ਕੁਝ ਕਰਦੇ ਹੋ। ਪ੍ਰਭੂ ਦੇ ਲੋਕ, ਕਿਉਂਕਿ ਪ੍ਰਭੂ ਦੇ ਲੋਕਾਂ ਨੂੰ ਪ੍ਰਭੂ ਦੀ ਸੈਨਾ ਕਿਹਾ ਗਿਆ ਸੀ। ਉਹ ਸਭ ਸਭ ਰਚਨਾ ਪ੍ਰਭੂ ਨੂੰ ਧੰਨਕ ਹੈ। ਜਿੰਨੀਆਂ ਵੀ ਚੀਜ਼ਾਂ ਬਣੀਆਂ ਪ੍ਰਭੂ ਨੂੰ ਧੰਨਕ ਹੈ। ਹੇ ਮੇਰੇ ਮਨ ਜੋ ਹਰ ਥਾਂ ਤੇ ਰਾਜ ਕਰਦਾ, ਹੇ ਮੇਰੇ ਮਨ ਪ੍ਰਭੂ ਨੂੰ ਬੜਾ ਬਿਊਟੀ। ਇੱਕ ਜ਼ਬੂਰ ਦੇ ਵਿੱਚ ਉਸਨੇ ਸਭ ਕੁਝ ਪਰੋ ਕੇ ਰੱਖ ਦਿੱਤਾ, ਜਿਸ ਤਰ੍ਹਾਂ ਮਾਲਾ ਪਰੋਈ ਜਾਂਦੀ ਹੈ। ਉਸ ਵਿੱਚ ਸਾਨੂੰ ਸਿਖਾਤਾ ਕਿ ਪ੍ਰਭੂ ਕਿਉਂ ਮਾਫ ਕਰਦਾ। ਮੂਸਾ ਤੋਂ ਲੈ ਕੇ ਇੱਥੇ ਤੱਕ ਉਸਨੇ ਦਿਖਾਤਾ ਔਰ ਸਾਨੂੰ ਵੀ ਦਿਖਾਤਾ ਕਿ ਅਸੀਂ ਕੌਣ ਆ। ਮਿੱਟੀ, ਮਿੱਟੀ। ਜਦੋਂ ਕੁਝ ਸਮਝਣ ਲੱਗਦੇ ਆ ਆਪਣੇ ਆਪ ਨੂੰ, ਫਿਰ ਪਾਪ ਚ ਡਿੱਗਦੇ। ਦਾਊਦ ਵੀ ਪਾਪ ਚ ਇਸੇ ਕਰਕੇ ਡਿੱਗਿਆ ਸੀ, ਉਹ ਆਪਣੇ ਆਪ ਨੂੰ ਕੁਝ ਸਮਝਣ ਲੱਗ ਪਿਆ ਸੀ। ਪ੍ਰਭੂ ਦੇ ਪਿਆਰੇ ਲੋਕੋ, ਜਿਸ ਤਰ੍ਹਾਂ ਪ੍ਰਭੂ ਦਾ ਬੰਦਾ ਕਹਿੰਦਾ ਕਿ ਉਸਦੇ ਨੇਮ ਨੂੰ ਸੱਚਾਈ ਦੇ ਨਾਲ ਆਪਣੇ ਮਨ ਦੇ ਵਿੱਚ ਰੱਖੋ, ਉਹਦੇ ਦੱਸੇ ਰਸਤਿਆਂ ਤੇ ਚੱਲੋ ਔਰ ਫਿਰ ਉਸਦੇ ਵੱਡੇ ਕੰਮ ਦੇਖੋ। ਔਰ ਫਿਰ ਸਾਡਾ ਤਨ, ਸਾਡਾ ਮਨ, ਸਾਡੀ ਆਤਮਾ ਇਹ ਕਹੇ, ਮੇਰੇ ਮਨ ਪਿਆਰੇ ਪ੍ਰਭੂ, ਤੇਰਾ ਬਹੁਤ ਸ਼ੁਕਰ ਕਰਦੇ ਹਾਂ ਤੇਰੀ ਦਇਆ ਦੇ ਲਈ, ਇਹਨਾਂ ਜ਼ਬੂਰਾਂ ਦੇ ਲਈ, ਇਹਨਾਂ ਗੀਤਾਂ ਦੇ ਲਈ, ਇਹਨਾਂ ਭਜਨਾਂ ਦੇ ਲਈ, ਇਹਨਾਂ ਦੁਆਵਾਂ ਦੇ ਲਈ। ਇਹਨਾਂ ਦੇ ਵਿੱਚ ਤਾਂ ਪ੍ਰਭੂ ਜੀ ਅਸੀਂ ਅਗਰ ਚਾਹੀਏ ਕਿ ਇੱਕ ਆਇਤ ਨੂੰ ਦੇਖਣ ਲੱਗੀਏ ਤੇ ਉਸਦੇ ਵਿੱਚ ਛੁਪੇ ਇਤਿਹਾਸ ਨੂੰ ਦੇਖਣ ਲੱਗੀਏ ਤੇ ਖੁਦਾਵੰਦ ਅਸੀਂ ਤਾਂ ਇੱਕ ਜ਼ਬੂਰ ਦੇ ਵਿੱਚੋਂ ਮਹੀਨਾ ਨਹੀਂ ਨਿਕਲ ਸਕਦੇ। ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿ ਤੂੰ ਸਾਨੂੰ ਇਹ ਥੋੜਾ ਜਿਹਾ ਸਮਾਂ, ਜੋ ਇਸ ਭਾਰੀ ਬਵਾ ਦੇ ਵਿੱਚ ਥੋੜਾ ਜਿਹਾ ਸਮਾਂ ਦਿੱਤਾ, ਇਸ ਦੇ ਲਈ ਅਸੀਂ ਤੇਰਾ ਸ਼ੁਕਰ ਕਰਦੇ ਹਾਂ।
ਕਿ ਅਸੀਂ ਆਪਣਾ ਧਿਆਨ ਤੇਰੇ ਤੇ ਲਾਇਆ। ਅਸੀਂ ਇਹਨਾਂ ਗਿਣਤੀਆਂ ਦੇ ਵਿੱਚ ਨਹੀਂ ਲਾਇਆ ਕਿ ਅੱਜ ਕਿੰਨੇ ਪੋਜ਼ਿਟਿਵ ਹੋ ਗਏ ਤੇ ਅੱਜ ਕਿੰਨੇ ਨੈਗੇਟਿਵ ਹੋ ਗਏ। ਸਾਨੂੰ ਪਤਾ ਪ੍ਰਭੂ ਜੀ ਕਿ ਇਹ ਭਾਰਾ ਹੱਥ ਵੀ ਤੇਰੇ ਵੱਲੋਂ ਆਇਆ, ਕਿਉਂਕਿ ਲੋਕਾਂ ਨੇ ਤੇਰੇ ਵੱਲੋਂ ਮੂੰਹ ਮੋੜ ਲਿਆ, ਆਪਣੇ ਆਪ ਨੂੰ ਕੁਝ ਸਮਝਣ ਲੱਗ ਪਏ, ਔਰ ਬਰਕਤ ਵੀ ਤੇਰੇ ਵੱਲੋਂ ਆਈ, ਦਇਆ ਵੀ ਤੇਰੇ ਵੱਲੋਂ ਆਈ। ਪਿਆਰੇ ਪ੍ਰਭੂ ਸਾਡੇ ਸਭ ਦੇ ਨਾਲ ਬਣਿਆ ਰਹਿ। ਮੈਂ ਇਸ ਵੇਲੇ ਪ੍ਰਭੂ ਜੀ ਮੈਂ ਡੈਡ ਔਰ ਪੂਰੇ ਪਰਿਵਾਰ ਦੇ ਲਈ ਦੁਆ ਕਰਦਾ, ਖੁਦਾਵੰਦ ਪ੍ਰੀਤੀ ਦੇ ਲਈ ਦੁਆ ਕਰਦਾ, ਪੰਕਜ ਦੇ ਲਈ ਦੁਆ ਕਰਦਾ, ਫੇਥ ਦੇ ਲਈ, ਮੰਮੀ ਦੇ ਲਈ, ਪੌਲ ਦੇ ਲਈ। ਖੁਦਾਵੰਦ ਇਸ ਵੇਲੇ ਇਹ ਵੀ ਉਸ ਵਿਵਾਹ ਦੇ ਹਿੱਸੇ ਦੇ ਵਿੱਚੋਂ ਦੀ ਲੰਘਦੇ ਪਏ ਆ, ਕਿਉਂਕਿ ਇਹ ਵੀ ਉਸੇ ਧਰਤੀ ਤੇ ਵਸਦੇ ਆ ਖੁਦਾਵੰਦ। ਪਰ ਤੇਰਾ ਰਹਿਮ ਇਹਨਾਂ ਦੇ ਨਾਲ ਬਣਿਆ, ਤੰਦਰੁਸਤੀ ਦਾ ਦਾਨ, ਬੁਰੇ ਔਰ ਬੁਰਾਈ ਤੋਂ ਤੂੰ ਸਾਨੂੰ ਬਚਾ ਕੇ ਰੱਖੀ, ਔਰ ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖੀ। ਮਸੀਹ ਯਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਹਾਂ, ਸਾਰੇ ਭੈਣ ਭਰਾ ਆਮੀਨ। ਬਲੈਸ ਯੂ। ਖੁਦਾਵੰਦ ਤੁਹਾਨੂੰ ਬਰਕਤ ਹੈ ਔਰ ਤੁਹਾਡੇ ਸਾਰਿਆਂ ਦੇ ਨਾਲ ਬਣਿਆ ਰਹੇ। ਕੱਲ ਨੂੰ ਆਪਾਂ ਸੇਮ ਟਾਈਮ ਮਿਲਾਂਗੇ ਔਰ ਚੈਪਟਰ ਦੇ ਵਿੱਚ ਅੱਗੇ ਚੱਲਾਂਗੇ। ਬਲੈਸ ਯੂ।